ਕਾਫੀ ਕਾਮਨ ਨੋਸ਼ਨ ਹੈ ਸਾਰੀ ਦੁਨੀਆ ਦਾ ਕਿ ਸਾਰੇ ਲੋਕੀ ਸਮਝਦੇ ਕਿ ਇੰਸ਼ੋਰੈਂਸ ਸਕੈਮ ਹੈ ਜੀ। ਨਹੀਂ ਇਹਨਾਂ ਨੇ 100 ਸਵਾਲ ਪੁੱਛਣੇ, ਬਾਅਦ 'ਚ ਇਹਨਾਂ ਨੇ ਪੈਸੇ ਨਹੀਂ ਦੇਣੇ, ਕਲੇਮ ਨਹੀਂ ਆਨਰ ਕਰਨਾ, ਇਹ ਨਹੀਂ। ਮੈਂ ਸਭ ਤੋਂ ਪਹਿਲਾਂ ਕਹਾਂ ਕਿ ਨਾਟ ਓਨਲੀ ਮਾਈ ਕੰਪਨੀ, ਐਵਰੀ ਕੰਪਨੀ, ਕੋਈ ਵੀ ਇੱਦਾਂ ਦੀ ਕੰਪਨੀ ਨਹੀਂ ਹੈ ਕੈਨੇਡਾ 'ਚ ਜਿਨ੍ਹਾਂ ਦੀ ਕੋਈ ਨੀਅਤ ਹੀ ਨਹੀਂ ਹੈ ਦੇਣ ਦੀ। ਇੰਸ਼ੋਰੈਂਸ ਕੰਪਨੀ ਬਣੀ ਹੈ ਟੂ ਹੈਲਪ ਪੀਪਲ, ਲੇਕਿਨ ਇਹਦੇ 'ਚ ਬਹੁਤ ਡਿਫਰੈਂਸਿਸ ਆ ਜਾਂਦੇ ਜਦੋਂ ਲੋਕੀ ਕਹਿੰਦੇ ਕੀ ਹੈ ਵਰਸਸ ਹੁੰਦਾ ਕੀ ਹੈ, ਇਹਦੇ 'ਚ ਡਿਫਰੈਂਸ ਆ ਜਾਂਦਾ ਹੈ। ਹਮੇਸ਼ਾ ਇੰਸ਼ੋਰੈਂਸ ਆ ਕਹਿ ਕੇ ਕੀਤੀ ਜਾਂਦੀ ਹੈ ਜੀ ਕਿ ਫੈਮਿਲੀ ਰਹਿੰਦੇ ਪਏ, ਵਰਸਸ ਇਨ ਰਿਐਲਿਟੀ ਉੱਥੇ ਕੋਈ ਸਟੂਡੈਂਟ ਨੂੰ ਦਿੱਤਾ ਹੋਇਆ ਜਾਂ ਕੋਈ ਅਨਰਿਲੇਟਡ ਪ੍ਰੋਫੈਸ਼ਨਲਸ ਨੂੰ ਦਿੱਤਾ ਹੋਇਆ, ਜਿਹਦੇ ਕਾਰਨ ਕਾਫੀ ਕੰਪਨੀਜ਼ ਇੱਦਾਂ ਦੇ ਰਿਸਕ ਨੂੰ ਨਹੀਂ ਐਕਸੈਪਟ ਕਰਦੀ ਹੈ। ਤਾਂ ਜਦੋਂ ਕਲੇਮ ਆਉਂਦਾ ਹੈ ਤਾਂ ਉਦੋਂ ਇੰਸ਼ੋਰੈਂਸ ਕੰਪਨੀ ਦਾ ਨਾਮ ਖਰਾਬ ਕਰ ਦਿੰਦੇ ਜੀ ਕਿ ਜੀ ਕਲੇਮ ਤਾਂ ਦਿੱਤਾ ਹੀ ਨਹੀਂ। ਦੋਸਤੋ, ਜਦੋਂ ਅਸੀਂ ਮੈਂ ਅਕਸਰ ਗੱਲ ਕਹਿਣਾ ਹੁੰਦਾ ਕਿ ਇੰਸ਼ੋਰੈਂਸ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਜਦੋਂ ਸਾਡੇ 'ਤੇ ਮੁਸ਼ਕਿਲ ਸਮਾਂ ਹੁੰਦਾ ਉਸ ਵੇਲੇ ਹੋਰ ਕੋਈ ਸਾਡਾ ਹੱਥ ਫੜੇ ਨਾ ਫੜੇ, ਲੇਕਿਨ ਸਾਡੇ ਕੋਲ ਇੱਕ ਟੂਲ ਜਿਹੜਾ ਹੈਗਾ ਉਹ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ, ਉਹ ਇੰਸ਼ੋਰੈਂਸ ਹੈ ਜਿਹੜੀ ਮੁਸ਼ਕਿਲ ਸਮੇਂ ਦੇ ਵਿੱਚ ਸਾਡੇ ਕੰਮ ਆਉਂਦੀ ਹੈ। ਅਤੇ ਅਕਸਰ ਲੋਕਾਂ ਦੀ ਇੱਕ ਕੰਸਰਨ ਕਹਿ ਲਓ, ਇੱਕ ਚਿੰਤਾ ਕਹਿ ਲਓ, ਉਹ ਇਹ ਹੁੰਦੀ ਹੈ ਕਿ ਅਸੀਂ ਇੰਸ਼ੋਰੈਂਸ ਕਰਾ ਤਾਂ ਲੈਂਦੇ ਹਾਂ, ਅਤੇ ਬਹੁਤ ਲੋਕ ਇਸ ਚੀਜ਼ ਦੇ ਉੱਤੇ ਗੱਲ ਕਰਦੇ ਵੀ ਆ ਕਿ ਕਲੇਮ ਲੈਣ ਵੇਲੇ ਸਾਨੂੰ ਬੜੀਆਂ ਦਿੱਕਤਾਂ ਆਉਂਦੀਆਂ, ਕਲੇਮ ਨਹੀਂ ਸਾਨੂੰ ਮਿਲ ਪਾਉਂਦਾ, ਜਾਂ ਉਹਨਾਂ ਨੂੰ ਹਮੇਸ਼ਾ ਇਸ ਗੱਲ ਦਾ ਸ਼ੱਕ ਹੁੰਦਾ ਹੈਗਾ ਜਦੋਂ ਉਹ ਇੰਸ਼ੋਰੈਂਸ ਖਰੀਦ ਰਹੇ ਹੁੰਦੇ ਆ ਵੀ ਇੰਸ਼ੋਰੈਂਸ ਤਾਂ ਅਸੀਂ ਖਰੀਦ ਲੈਂਦੇ ਹਾਂ, ਪਰ ਕੀ ਗਰੰਟੀ ਹੈ ਜਦੋਂ ਸਾਨੂੰ ਲੋੜ ਪਊਗੀ, ਜਦੋਂ ਸਾਡੇ 'ਤੇ ਮੁਸ਼ਕਿਲ ਸਮਾਂ ਆਊਗਾ, ਉਦੋਂ ਸਾਨੂੰ ਇਹ ਇੰਸ਼ੋਰੈਂਸ ਵਾਲੇ ਸਾਡੀ ਮਦਦ ਕਰਨਗੇ, ਸਾਡਾ ਕਲੇਮ ਪਾਸ ਹੋਊਗਾ। ਉਹ ਬੜੇ ਇਸ ਤਰ੍ਹਾਂ ਦੇ ਰੈਫਰੈਂਸਿਸ ਦੇਣਗੇ ਕਿ ਫਲਾਣੇ ਨੂੰ ਕਲੇਮ ਮਿਲਣਾ ਚਾਹੀਦਾ ਸੀ, ਉਹਦਾ ਨੁਕਸਾਨ ਹੋ ਗਿਆ ਅਤੇ ਉਹਨੂੰ ਕਲੇਮ ਨਹੀਂ ਮਿਲਿਆ, ਜਦੋਂ ਉਹਨੂੰ ਲੋੜ ਸੀ ਉਸ ਵੇਲੇ ਕੰਪਨੀ ਨੇ 100 ਤਰ੍ਹਾਂ ਦੇ ਸਵਾਲ ਪੁੱਛੇ ਅਤੇ ਅਲਟੀਮੇਟਲੀ ਉਹਦਾ ਕਲੇਮ ਹੈ ਜਿਹੜਾ ਉਹ ਡਿਕਲਾਈਨ ਕਰ ਦਿੱਤਾ। ਸੋ ਇੱਕ ਬੜਾ ਚਿੰਤਾ ਵਾਲਾ ਅਤੇ ਬੜਾ ਗੰਭੀਰ ਵਿਸ਼ਾ ਬਣ ਜਾਂਦਾ ਜੀ। ਮੈਂ ਖੁਦ ਇਸ ਚੀਜ਼ ਨੂੰ ਲੈ ਕੇ ਕਾਫੀ ਚਿੰਤਤ ਹੁੰਦਾ, ਅਤੇ ਇਹਨਾਂ ਕੁਛ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਅਸੀਂ ਸੱਦਾ ਦਿੱਤਾ ਹੈ। ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ ਜੀ, ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਉਹਨਾਂ ਦੀ ਮਹਾਰਤ ਹੈ। ਆਯੂਸ਼ ਖੱਤਰੀ ਜੀ ਇਸ ਵੇਲੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਪਹਿਲਾਂ ਤਾਂ ਉਹਨਾਂ ਨੂੰ ਆਪਾਂ ਸ਼ਾਮਲ ਕਰੀਏ ਸ਼ੋਅ ਦੇ ਵਿੱਚ। ਆਯੂਸ਼ ਜੀ, ਸਵਾਗਤ ਤੁਹਾਡਾ ਗੁੱਡ ਮਾਰਨਿੰਗ ਟੋਰਾਂਟੋ ਦੇ ਵਿੱਚ। ਗੁੱਡ ਮਾਰਨਿੰਗ ਜਤਿੰਦਰ ਜੀ, ਕੀ ਹਾਲ ਹੈ ਜੀ? ਗੁੱਡ ਮਾਰਨਿੰਗ ਸਾਰੇ ਲਿਸਨਰਸ ਨੂੰ ਵੀ। ਥੈਂਕ ਯੂ ਸੋ ਮਚ, ਮੈਨੂੰ ਮੌਕਾ ਦਿੱਤਾ ਤੁਸੀਂ ਵਾਪਸ ਇੱਥੇ ਆਪਣੇ ਸ਼ੋਅ 'ਤੇ ਬੁਲਾਉਣ ਦਾ, ਤਾਂ ਕਿ ਮੈਂ ਸਾਰਿਆਂ ਨਾਲ ਗੱਲ ਕਰ ਸਕਾਂ, ਥੋੜ੍ਹੀ ਬਹੁਤ ਇਨਫੋਰਮੇਸ਼ਨ ਸ਼ੇਅਰ ਕਰ ਸਕਾਂ ਜੀ। ਅਤੇ ਆਯੂਸ਼ ਜੀ, ਜਿਵੇਂ ਕਿ ਆਪਾਂ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ, ਇੰਸ਼ੋਰੈਂਸ ਕਰਵਾਉਣ ਵਾਸਤੇ ਹੁਣ ਚਲੋ ਆਟੋ ਇੰਸ਼ੋਰੈਂਸ ਤਾਂ ਜਿਹੜੀ ਆ ਉਹ ਮਸਟ ਆ, ਹਰ ਕਿਸੇ ਨੂੰ ਲੈਣੀ ਪੈਂਦੀ ਹੈ। ਹੋਮ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਆਪਸ਼ਨਲ ਹੈਗੀ ਆ, ਲੇਕਿਨ ਹਮੇਸ਼ਾ ਰਿਕਮੈਂਡਡ ਹੈ ਕਿ ਤੁਹਾਨੂੰ ਲੈਣੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਖਾਸ ਕਰ ਹੋਮ ਇੰਸ਼ੋਰੈਂਸ ਜੇ ਤੁਸੀਂ ਪ੍ਰੋਪਰਟੀ ਓਨਰ ਹੋ, ਐਂਡ ਜੇ ਤੁਹਾਡੀ ਪ੍ਰੋਪਰਟੀ ਪ੍ਰਾਇਮਰੀ ਹੈ ਜਾਂ ਫਿਰ ਰੈਂਟਲ ਪ੍ਰੋਪਰਟੀ ਵੀ ਹੈ। ਅੱਜ ਕੱਲ੍ਹ ਮੌਰਗੇਜ ਅਪਰੂਵ ਹੀ ਨਹੀਂ ਹੁੰਦੀ ਜਦੋਂ ਤੱਕ ਹੋਮ ਇੰਸ਼ੋਰੈਂਸ ਹੁੰਦੀ ਨਹੀਂ ਹੈ। ਲੇਕਿਨ ਇਹਦੇ 'ਚ ਵੀ ਤੁਸੀਂ ਸਿੰਸ ਕਲੇਮ ਦੀ ਗੱਲ ਕਰਦੇ ਪਏ ਹੋ, ਤਾਂ ਮੈਂ ਤੁਹਾਨੂੰ ਕਹਾਂ ਕਿ ਆਹ ਕਾਫੀ ਕਾਮਨ ਨੋਸ਼ਨ ਹੈ ਸਾਰੀ ਦੁਨੀਆ ਦਾ ਕਿ ਸਾਰੇ ਲੋਕੀ ਸਮਝਦੇ ਕਿ ਇੰਸ਼ੋਰੈਂਸ ਸਕੈਮ ਹੈ ਜੀ। ਨਹੀਂ ਇਹਨਾਂ ਨੇ 100 ਸਵਾਲ ਪੁੱਛਣੇ, ਬਾਅਦ 'ਚ ਇਹਨਾਂ ਨੇ ਪੈਸੇ ਨਹੀਂ ਦੇਣੇ, ਕਲੇਮ ਨਹੀਂ ਆਨਰ ਕਰਨਾ, ਇਹ ਨਹੀਂ। ਮੈਂ ਸਭ ਤੋਂ ਪਹਿਲਾਂ ਕਹਾਂ ਕਿ ਨਾਟ ਓਨਲੀ ਮਾਈ ਕੰਪਨੀ, ਐਵਰੀ ਕੰਪਨੀ, ਕੋਈ ਵੀ ਇੱਦਾਂ ਦੀ ਕੰਪਨੀ ਨਹੀਂ ਹੈ ਕੈਨੇਡਾ 'ਚ ਜਿਨ੍ਹਾਂ ਦੀ ਕੋਈ ਨੀਅਤ ਹੀ ਨਹੀਂ ਹੈ ਦੇਣ ਦੀ। ਇੰਸ਼ੋਰੈਂਸ ਕੰਪਨੀ ਬਣੀ ਹੈ ਟੂ ਹੈਲਪ ਪੀਪਲ, ਲੇਕਿਨ ਇਹਦੇ 'ਚ ਬਹੁਤ ਡਿਫਰੈਂਸਿਸ ਆ ਜਾਂਦੇ ਜਦੋਂ ਲੋਕੀ ਕਹਿੰਦੇ ਕੀ ਹੈ ਵਰਸਸ ਹੁੰਦਾ ਕੀ ਹੈ, ਇਹਦੇ 'ਚ ਡਿਫਰੈਂਸ ਆ ਜਾਂਦਾ। ਜਿੱਦਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ, ਅੱਜ ਕੱਲ੍ਹ ਇਨਵੈਸਟਮੈਂਟ ਪ੍ਰੋਪਰਟੀਜ਼ ਬਹੁਤ ਸਾਰੇ ਲੋਕ ਲੈਂਦੇ, ਬਹੁਤ ਇਨਵੈਸਟਰਸ ਬੈਠੇ ਇਨਵੈਸਟਮੈਂਟ ਪ੍ਰੋਪਰਟੀ ਲੈਂਦੇ ਹੈ ਮੌਰਗੇਜ ਲੈਂਡਰ ਕੋਲੋਂ ਕਹਿ ਕੇ ਕਿ ਪ੍ਰਾਇਮਰੀ ਪ੍ਰੋਪਰਟੀ ਹੈ, ਹੁੰਦੀ ਹੈ ਇਨਵੈਸਟਮੈਂਟ ਪ੍ਰੋਪਰਟੀ। ਇੰਸ਼ੋਰੈਂਸ ਕਰਵਾਉਂਦੇ ਪ੍ਰਾਇਮਰੀ ਪ੍ਰੋਪਰਟੀ ਦਾ, ਅੰਦਰ ਰਹਿੰਦੇ ਰੈਂਟਰਸ। ਤਾਂ ਜਦੋਂ ਵੀ ਗੋਡ ਫੋਰਬਿਡ ਕੋਈ ਕਲੇਮ ਆਉਂਦਾ, ਫਿਰ ਉਦੋਂ ਇੰਸਪੈਕਸ਼ਨ, ਸਭ ਤੋਂ ਪਹਿਲਾਂ ਇੰਸਪੈਕਸ਼ਨ ਹੁੰਦੀ ਹੈ। ਜਦੋਂ ਇੰਸਪੈਕਸ਼ਨ ਹੁੰਦੀ ਹੈ, ਇੰਸਪੈਕਟਰਸ ਕਾਫੀ ਸਮਾਰਟ ਹੈ, ਉਹਨਾਂ ਨੂੰ ਹਾਇਰ ਹੀ ਇਸ ਕਾਰਨ ਕੀਤਾ ਗਿਆ ਕਿ ਉਹ ਥੋੜ੍ਹਾ ਬਹੁਤ ਜਾ ਕਰ ਉਹ ਇੰਸਟੈਂਟਲੀ ਸਮਝ ਜਾਂਦੇ ਕਿ ਇਹ ਬੰਦਾ ਇੱਥੇ ਰਹਿੰਦਾ ਹੈ ਕਿ ਆਹ ਰੈਂਟਰਸ ਹੈ। ਸਭ ਤੋਂ ਪਹਿਲਾਂ ਰੈੱਡ ਫਲੈਗ ਉਹੀ ਹੁੰਦਾ ਕਿ ਆਹ ਰੋਂਗਲੀ ਪੁੱਟ ਕੀਤਾ ਗਿਆ ਕਿ ਇਹਨਾਂ ਨੇ ਕਿਹਾ ਹੈ ਕਿ ਜੀ ਫੈਮਿਲੀ ਖੁਦ ਰਹਿੰਦੀ ਹੈ, ਲੇਕਿਨ ਇੱਥੇ ਤਾਂ ਕੋਈ ਰਹਿੰਦਾ ਹੀ ਨਹੀਂ, ਇੱਥੇ ਰੈਂਟਰਸ ਰਹਿੰਦੇ। ਦੂਜਾ ਕਲਾਸੀਕਲ ਐਗਜ਼ਾਮਪਲ, ਹਮੇਸ਼ਾ ਇੰਸ਼ੋਰੈਂਸ ਆ ਕਹਿ ਕੇ ਕੀਤੀ ਜਾਂਦੀ ਹੈ ਜੀ ਕਿ ਫੈਮਿਲੀ ਰਹਿੰਦੇ ਪਏ, ਵਰਸਸ ਇਨ ਰਿਐਲਿਟੀ ਉੱਥੇ ਕੋਈ ਸਟੂਡੈਂਟ ਨੂੰ ਦਿੱਤਾ ਹੋਇਆ ਜਾਂ ਕੋਈ ਅਨਰਿਲੇਟਡ ਪ੍ਰੋਫੈਸ਼ਨਲਸ ਨੂੰ ਦਿੱਤਾ ਹੋਇਆ, ਜਿਹਦੇ ਕਾਰਨ ਕਾਫੀ ਕੰਪਨੀਜ਼ ਇੱਦਾਂ ਦੇ ਰਿਸਕ ਨੂੰ ਨਹੀਂ ਐਕਸੈਪਟ ਕਰਦੀ ਹੈ। ਤਾਂ ਜਦੋਂ ਕਲੇਮ ਆਉਂਦਾ ਹੈ ਤਾਂ ਉਦੋਂ ਇੰਸ਼ੋਰੈਂਸ ਕੰਪਨੀ ਦਾ ਨਾਮ ਖਰਾਬ ਕਰ ਦਿੰਦੇ ਜੀ ਕਿ ਜੀ ਕਲੇਮ ਤਾਂ ਦਿੱਤਾ ਹੀ ਨਹੀਂ। ਲੇਕਿਨ ਜਦੋਂ ਇੰਸ਼ੋਰੈਂਸ ਕੀਤੀ ਗਈ ਸੀ ਉਦੋਂ ਰੋਂਗ ਇਨਫੋਰਮੇਸ਼ਨ ਦੱਸ ਕੇ ਕੀਤੀ ਗਈ ਸੀ। ਮੈਂ ਆ ਨਹੀਂ ਕਹੂੰਗਾ ਕਿ ਹਮੇਸ਼ਾ ਲੋਕੀ ਗਲਤ ਹੈ, ਕਈ ਵਾਰੀ ਏਜੰਟ ਵੀ ਮਤਲਬ ਬਿਜ਼ਨਸ ਲੈਣ ਦੇ ਚੱਕਰ 'ਚ ਕਈ ਵਾਰੀ ਇੱਦਾਂ ਚੀਜ਼ਾਂ ਪੁੱਟ ਕਰਦੇ। ਸੋ ਆਈ ਵੁੱਡ ਸੇ ਕਿ ਕਸਟਮਰ ਨੂੰ ਵੀ ਆਪਣਾ ਡਿਊ ਡਿਲੀਜੈਂਸ ਪੂਰਾ ਕਰਨਾ ਚਾਹੀਦਾ। ਆਸਕ ਦ ਰਾਈਟ ਕੁਐਸਚਨਸ, ਬਾਰ-ਬਾਰ ਰਿਪੀਟਡਲੀ ਪੁੱਛੋ,
ਕਿਉਂਕਿ ਤੁਸੀਂ ਘੱਟ ਪੈਸੇ ਨਹੀਂ ਦੇ ਰਹੇ ਹੋ। 10-20-30 ਦਾ ਫਰਕ ਪੈਣਾ ਬਿਟਵੀਨ ਐਨੀ ਐਂਡ ਐਵਰੀ ਇੰਸ਼ੋਰੈਂਸ। ਇਹਦੇ ਪਿੱਛੇ ਆਸਕ ਦ ਰਾਈਟ ਕੁਐਸਚਨਸ ਐਂਡ ਫਿਰ ਹੀ ਤੁਸੀਂ ਇੱਕ ਇਨਫੋਰਮਡ ਡਿਸੀਜਨ ਲਓ, ਕਿਉਂਕਿ ਤੁਸੀਂ ਫਿਰ ਵੀ ਜੇ ਤੁਸੀਂ ਗਲਤ ਟਾਈਪ ਦੀ ਇੰਸ਼ੋਰੈਂਸ ਵੀ ਕਰ ਰਹੇ ਹੋ, ਪੈਸੇ ਤਾਂ ਤੁਸੀਂ ਫਿਰ ਵੀ ਭਰ ਰਹੇ ਹੋ, ਲੇਕਿਨ ਉਹ ਪੈਸੇ ਮਿੱਟੀ ਹੋ ਰਹੇ। ਮਾਈਟ ਐਜ਼ ਵੈਲ ਜੇ ਤੁਸੀਂ ਪੈਸੇ ਪਾਣੇ ਹੀ ਹੈ ਤਾਂ ਰਾਈਟ ਡਾਇਰੈਕਸ਼ਨ ਵਿੱਚ ਕਾਲ ਕਰੋ ਮੈਨੂੰ, ਆਈ ਕੈਨ ਗਾਈਡ ਯੂ। ਜੇ ਮੈਂ ਕਰ ਸਕਦਾ ਆਈ ਵੁੱਡ ਲਵ ਟੂ ਡੂ ਇਟ। ਕਿਸ ਤਰੀਕੇ ਨਾਲ ਕਰ ਸਕਦੇ, 100 ਤਰੀਕੇ ਹੁੰਦੇ ਜਿਸ ਤਰੀਕੇ ਨਾਲ ਕਰ ਸਕਦੇ, ਵੀ ਕੈਨ ਡਿਸਕਸ ਆਲ ਆਫ ਦੈਟ ਇਨ ਡੀਟੇਲ। ਜਿਵੇਂ ਕਿ ਆਯੂਸ਼ ਜੀ ਤੁਸੀਂ ਗੱਲ ਕੀਤੀ ਕਿ ਲੋਕੀ ਮਿਸਰੀਪ੍ਰੈਜ਼ੈਂਟੇਸ਼ਨ ਕਰ ਬਹਿੰਦੇ ਆ ਜਾਂ ਉਹਨਾਂ ਤੋਂ ਕਰਵਾ ਦਿੱਤੀ ਜਾਂਦੀ ਹੈ, ਜਾਂ ਲਾਲਚ ਜਿਹੜਾ ਹੈਗਾ ਸਾਡੇ ਅੰਦਰ, ਬੇਸਿਕਲੀ ਲਾਲਚ ਜਿਹੜਾ ਹੈਗਾ ਉਹ ਸਾਡੇ ਤੋਂ ਮਿਸਰੀਪ੍ਰੈਜ਼ੈਂਟੇਸ਼ਨ ਕਰਵਾਉਂਦਾ ਹੈ। ਇਹ ਤਾਂ ਇੱਕ ਬੜੀ ਬਰੋਡਰ ਜੀ ਟਰਮ ਹੋ ਗਈ। ਮੈਂ ਸਪੈਸੀਫਿਕ ਜਾਣਾ ਚਾਹੁੰਦਾ, ਚਲੋ ਆਪਾਂ ਮੰਨਦੇ ਹਾਂ ਪ੍ਰੋਪਰਟੀ ਇੰਸ਼ੋਰੈਂਸ ਕਰਾਉਣ ਵੇਲੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਇੰਸ਼ੋਰੈਂਸ ਹੁੰਦੀਆਂ ਹੈਗੀਆਂ। ਇੱਕ ਤਾਂ ਥੋੜ੍ਹਾ ਜਿਹਾ ਇਹਨਾਂ ਦੇ ਉੱਤੇ ਐਲੈਬੋਰੇਟ ਕਰੋ ਵੀ ਕੀ ਸਾਰੀਆਂ ਇੰਸ਼ੋਰੈਂਸ ਇੱਕੋ ਤਰ੍ਹਾਂ ਦੀਆਂ ਅੰਬਰੇਲਾ ਹੈ ਜਾਂ ਇਹਦੇ ਵਿੱਚ ਕੀ ਡਿਫਰੈਂਸਿਸ ਹੈ, ਅਤੇ ਲੋਕੀ ਕਿੱਥੇ ਗਲਤੀ ਕਰਦੇ ਆ। ਵੱਡੀ ਗਲਤੀ ਜਿਹੜੀ ਹੈਗੀ ਆ ਉਹ ਇਹਨਾਂ ਇੰਸ਼ੋਰੈਂਸਿਸ ਨੂੰ ਲੈ ਕੇ ਕਿੱਥੇ ਕਿੱਥੇ ਹੁੰਦੀ ਹੈ, ਜਿਹਦੇ ਕਰਕੇ ਫਿਰ ਉਹਨਾਂ ਨੂੰ ਕਲੇਮ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਜੀ ਬਿਲਕੁਲ। ਦੇਖੋ ਐਨੀ ਟਾਈਪ ਆਫ ਇੰਸ਼ੋਰੈਂਸ, ਜੇ ਤੁਸੀਂ ਹੋਮ ਓਨਰ ਹੋ ਤਾਂ ਆਹ ਦੋ ਕੈਟੇਗਰੀ 'ਚ ਆਉਂਦੀ ਹੈ। ਇੱਕ ਤਾਂ ਇੱਕ ਫਰੀ ਹੋਲਡ ਹੋਮ ਓਨਰ ਹੋ ਗਿਆ, ਇੱਕ ਤਾਂ ਹੋ ਗਿਆ ਕੰਡੋਮੀਨੀਅਮ ਹੋਮ ਓਨਰ। ਜੀ ਓਕੇ। ਫਰੀ ਹੋਲਡ ਵਿੱਚ ਆ ਜਾਂਦੇ ਜਿੱਦਾਂ ਤੁਹਾਡੀ ਸੈਮੀ ਡਿਟੈਚ ਪ੍ਰੋਪਰਟੀਜ਼ ਜਾਂ ਤੁਹਾਡੀ ਰੈਂਟਲ ਪ੍ਰੋਪਰਟੀਜ਼। ਰਾਈਟ। ਇਹਦੇ 'ਚ ਤਾਂ ਚਲੋ ਜੀ ਨੋਰਮ ਹੈ ਕਿ ਤੁਹਾਨੂੰ ਲੈਂਡਰ ਨੇ ਪੈਸੇ ਦੇਣੇ ਹੀ ਨਹੀਂ ਜਦੋਂ ਤੱਕ ਤੁਸੀਂ ਇੰਸ਼ੋਰੈਂਸ ਨਹੀਂ ਕਰਦੇ, ਜੀ, ਬਿਕੋਜ਼ ਉਹਨਾਂ ਦਾ ਪੈਸਾ ਐਟ ਰਿਸਕ ਹੈ। ਓਕੇ। ਲੇਕਿਨ ਕਾਫੀ ਜਗ੍ਹਾ 'ਤੇ ਜਿੱਥੇ ਤੁਸੀਂ ਕਈ ਵਾਰੀ ਲੋਕੀ ਕਾਫੀ ਕਨਫਿਊਜ਼ਡ ਹੁੰਦੇ, ਉਹ ਹੁੰਦਾ ਜਦੋਂ ਤੁਸੀਂ ਕੋਂਡੋ ਬਾਏ ਕਰਦੇ ਹੋ। ਠੀਕ ਹੈ। ਕੋਂਡੋ ਇੰਸ਼ੋਰੈਂਸ ਹੁੰਦੀ ਹੈ, ਜ਼ਰੂਰ ਹੁੰਦੀ ਹੈ ਮੇਨਟੇਨੈਂਸ ਅਮਾਊਂਟ ਵਿੱਚ, ਬਟ ਕੋਂਡੋ ਇੰਸ਼ੋਰੈਂਸ ਸਭ ਕੁਝ ਕਵਰ ਕਰਦੀ ਹੈ ਨਹੀਂ। ਤੁਸੀਂ ਜੇ ਆਪਣੇ ਕੰਡੋਮੀਨੀਅਮ ਦੇ ਬਾਏ ਲਾਜ਼ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਮੋਸਟ ਆਫ ਦ ਪੀਪਲ ਕਦੀ ਦੇਖਦੇ ਹੀ ਨਹੀਂ ਆਪਣੇ ਕੋਂਡੋ ਬਾਏ ਲਾਜ਼, ਕਦੀ ਵੀ ਨਹੀਂ, ਜਦੋਂ ਤੱਕ ਕਲੇਮ ਨਹੀਂ ਆਉਂਦਾ। ਜਦੋਂ ਮੈਂ ਇੰਨੇ ਸਾਰੇ ਲੋਕਾਂ ਨਾਲ ਮੈਂ ਗੱਲ ਕਰਦਾ ਜੋ ਕਿ ਆਟੋ ਇੰਸ਼ੋਰੈਂਸ ਲਈ ਕਾਲ ਕਰਦੇ, ਕਹਿੰਦੇ ਨਹੀਂ ਜੀ ਸਾਨੂੰ ਤਾਂ ਕੋਂਡੋ ਇੰਸ਼ੋਰੈਂਸ ਦੀ ਲੋੜ ਹੀ ਨਹੀਂ, ਅਸੀਂ ਕੋਂਡੋ ਦੀ ਮੇਨਟੇਨੈਂਸ ਫੀ ਭਰਦੇ, ਉਹਦੇ 'ਚ ਇੰਸ਼ੋਰੈਂਸ ਹੈ। ਅੱਛਾ, ਉਹਦੇ ਵਿੱਚ ਕੀ ਕਵਰਡ ਹੁੰਦਾ ਹੈ ਤੇ ਕੀ ਨਹੀਂ ਹੁੰਦਾ, ਕੀ ਆਪਾਂ ਇਹ 'ਤੇ ਐਲੈਬੋਰੇਟ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਜੀ। ਤੁਹਾਡੀ ਕੋਂਡੋ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਉਹ ਸਿਰਫ ਤੁਹਾਡੇ ਐਕਸਟੀਰੀਅਰ ਬਿਲਡਿੰਗ ਨੂੰ ਪ੍ਰੋਟੈਕਟ ਕਰਦੀ ਹੈ, ਜਿਹੜੇ ਖੋਕੇ 'ਚ ਤੁਸੀਂ ਆਉਂਦੇ ਹੋ, ਲੇਕਿਨ ਘਰ ਦੇ ਅੰਦਰ ਤੁਸੀਂ ਕੀ ਲਿਆਉਂਦੇ ਹੋ, ਤੁਹਾਡਾ ਆਪਣਾ ਸਮਾਨ, ਤੁਹਾਡੇ ਕੰਟੈਂਟਸ, ਤੁਹਾਡਾ ਅਪਲਾਇੰਸਿਸ, ਤੁਹਾਡਾ ਸਭ ਕੁਝ। ਕਾਫੀ ਕੋਂਡੋ ਮੈਨੇਜਮੈਂਟ ਕਾਰਪੋਰੇਸ਼ਨਸ, ਜਿੱਦਾਂ ਫੋਰ ਐਗਜ਼ਾਮਪਲ ਤੁਹਾਡੇ ਦੀਵਾਰ 'ਚ ਲੀਕੇਜ ਹੋ ਗਈ ਜੀ, ਕਈ ਕੋਂਡੋ ਕਾਰਪੋਰੇਸ਼ਨ ਇੱਦਾਂ ਹੋਊਗੀ ਕਿ ਜੋ ਕਿ ਸਿਰਫ ਪਾਈਪਲਾਈਨ ਰਿਪੇਅਰ ਕਰੋਗੇ ਲੇਕਿਨ ਡਰਾਈਵ ਵਾਲ ਨਹੀਂ ਠੀਕ ਕਰੋਗੇ। ਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਜਦੋਂ ਤੱਕ ਉਹ ਐਕਚੁਅਲੀ ਆ ਕੇ ਬਿੱਲ ਦਿੰਦੇ, ਬਾਅਦ 'ਚ ਕਹਿੰਦੇ ਨਹੀਂ ਜੀ ਸਾਡਾ ਕੰਮ ਤਾਂ ਸੀਗਾ ਵੀ ਕਵਰ ਓਨਲੀ ਪਾਈਪਲਾਈਨ ਲਾਸ। ਅੱਛਾ, ਉਹਨਾਂ ਨੇ ਮਤਲਬ ਜਿਹੜੀ ਉਹ ਭੰਨ ਤੋੜ ਹੋਈ ਉਹਦਾ ਕੋਈ ਉਹਨਾਂ ਨੇ ਕਲੇਮ ਨਹੀਂ ਦੇਣਾ, ਉਹਨਾਂ ਨੇ ਜਿਹੜਾ ਉਹ ਡਰਾਈ ਵਾਲ ਕੱਟੀ ਉਹਦੇ ਵਿੱਚੋਂ ਪਾਈਪ ਠੀਕ ਕਰਤਾ, ਲੇਕਿਨ ਉਹ ਡਰਾਈ ਵਾਲ ਫਿਰ ਤੁਸੀਂ ਖੁਦ ਰਿਪੇਅਰ ਕਰਾਉਣੀ ਹੈ। ਮੈਂ ਤਾਂ ਇੱਕ ਐਗਜ਼ਾਮਪਲ ਦੇ ਰਿਹਾ, ਬਹੁਤ ਮਲਟੀਪਲ ਟਾਈਪ ਦੇ ਕੋਂਡੋ ਬਾਈਲਾਜ਼ ਹੁੰਦੇ। ਕਈ ਬਾਈਲਾਜ਼ ਕਹਿੰਦੇ ਕਿ ਜੇ ਅਸੀਂ ਡਰਾਈ ਵਾਲ ਰਿਪੇਅਰ ਕਰ ਦੇਵਾਂਗੇ ਅਸੀਂ ਪੇਂਟ ਨਹੀਂ ਕਰਾਂਗੇ। ਓਕੇ। ਕਈ ਹੁੰਦੇ ਕਿ ਜੀ ਹਾਰਡਵੁੱਡ ਫਲੋਰਿੰਗ ਨਹੀਂ ਕਵਰਡ ਹੁੰਦੀ ਹੈ। ਸਰ ਯੂ ਹੈਵ ਟੂ ਆਲਸੋ ਬੀ ਵੈਰੀ ਵੈਲ ਅਵੇਅਰ ਕਿ ਤੁਹਾਡੇ ਆਪਣੇ ਬਾਈਲਾਜ਼ ਕੀ ਕਵਰ ਕਰਦੇ ਜੀ, ਕਿਉਂਕਿ ਸਿਰਫ ਆਹੀ ਚੀਜ਼ ਨੋ ਡਾਊਟ ਕੋਂਡੋ ਇੰਸ਼ੋਰੈਂਸ ਹੁੰਦੀ ਹੈ, ਕੋਂਡੋ ਮੇਨਟੇਨੈਂਸ ਲੈਂਦੀ ਹੈ, ਲੇਕਿਨ ਉਹ ਸਭ ਕੁਝ ਨਹੀਂ ਕਵਰ ਕਰਦੀ। ਐਂਡ ਆਹੀ ਚੀਜ਼ ਸਿਰਫ ਓਨਰ ਲਈ ਹੀ ਨਹੀਂ, ਜੇ ਤੁਹਾਡੇ ਕੋਲ ਇੱਕ ਰੈਂਟਲ ਕੋਂਡੋ ਵੀ ਹੈਗਾ ਇਨਵੈਸਟਮੈਂਟ ਪਰਪਸ ਲਈ ਵੀ, ਉਹਦੇ 'ਚ ਵੀ ਇੰਸ਼ੋਰੈਂਸ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕਈ ਵਾਰੀ ਇੰਸਟੈਂਸਿਸ ਇੱਦਾਂ ਆਉਂਦੇ ਜਿਸ ਤਰ੍ਹਾਂ ਕਾਮਨ ਪ੍ਰੋਪਰਟੀ 'ਤੇ ਡੈਮੇਜ ਹੁੰਦਾ ਐਂਡ ਕੋਂਡੋ ਕਾਰਪੋਰੇਸ਼ਨ ਦੇ ਡਿਡਕਟੇਬਲਸ ਬਹੁਤ ਹਾਈ ਹੁੰਦੇ। ਜਿਸ ਤਰ੍ਹਾਂ ਫਰਜ਼ ਕਰੋ ਕੋਈ ਲੌਬੀ ਦਾ ਡੈਮੇਜ ਹੋ ਗਿਆ ਜਾਂ ਕੋਈ ਪਾਰਕਿੰਗ ਏਰੀਆ 'ਚ ਜਿਹੜੀ ਕੋਈ ਕਾਮਨ ਸ਼ੇਅਰਡ ਪ੍ਰੋਪਰਟੀ ਹੈ ਕੰਡੋਮੀਨੀਅਮ 'ਚ, ਯੂਜੂਅਲੀ ਕੰਡੋਮੀਨੀਅਮ ਕਾਰਪੋਰੇਸ਼ਨ ਦੇ ਡਿਡਕਟੇਬਲਸ ਬਹੁਤ ਹਾਈ ਹੁੰਦੇ, ਕੋਈ $50,000 $60,000। ਜਦੋਂ ਕੋਂਡੋ ਕਾਰਪ ਕੋਲ ਇੰਨਾ ਪੈਸਾ ਨਹੀਂ ਹੁੰਦਾ, ਉਹਨਾਂ ਨੇ ਤਾਂ ਸਾਰੇ ਕੋਂਡੋ ਓਨਰਸ ਨੂੰ ਇੱਕ ਬਿੱਲ ਫੜਾ ਦੇਣਾ ਜੀ, $4,000 ਦੇ ਦਿਓ, $3,000 ਦੇ ਦਿਓ, $2,000 ਦੇ ਦਿਓ। ਉਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਕੋਂਡੋ ਕਾਰਪ ਦੀ ਇੰਸ਼ੋਰੈਂਸ ਹੈ ਉਹ ਫੁੱਲੀ ਕਵਰ ਕਰਦੀ ਹੀ ਨਹੀਂ ਤੁਹਾਨੂੰ। ਅੱਛਾ, ਮੇਰਾ ਇੱਕ ਦਿਮਾਗ ਦੇ ਵਿੱਚ ਸਵਾਲ ਇਹ ਆਇਆ ਸੀਗਾ ਵੀ ਚਲੋ ਆਪਾਂ ਬਾਇਲਾਜ਼ ਪੜ੍ਹ ਵੀ ਲਏ, ਸਪੋਜ਼ ਕਰ ਲਓ ਹੁਣ ਆਪਣਾ ਕੋਈ ਜਦੋਂ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਦੋਸਤਾਂ ਨੂੰ ਇਹਦੇ ਬਾਰੇ 'ਚ ਚਲੋ ਜਾਣਕਾਰੀ ਹੋ ਗਈ। ਹੁਣ ਜਦੋਂ ਉਹਨਾਂ ਨੇ ਕੰਡੋਮੀਨੀਅਮ ਦੇ ਜਿਹੜੇ ਆਪਣੇ ਬਾਇਲਾਜ਼ ਆ ਉਹ ਪੜ੍ਹ ਲਏ, ਪਤਾ ਲੱਗ ਗਿਆ ਵੀ ਸਾਡੀ ਆਹ ਚੀਜ਼ ਕਵਰਡ ਹੈ ਅਤੇ ਆਹ ਚੀਜ਼ ਕਵਰਡ ਨਹੀਂ ਹੈ। ਕੀ ਜਿਹੜੀਆਂ ਮਾਰਕੀਟ ਦੇ ਵਿੱਚ ਹੁਣ ਹੋਮ ਇੰਸ਼ੋਰੈਂਸ ਅਵੇਲੇਬਲ ਹੈਗੀਆਂ, ਜਦੋਂ ਉਹ ਤੁਹਾਡੇ ਕੋਲ ਆਉਣਗੇ ਕੀ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਕਸਟਮਾਈਜ਼ ਕਰ ਸਕਦੇ ਹੋ ਵੀ ਜਿਹੜੀਆਂ ਚੀਜ਼ਾਂ ਉਹਦੇ 'ਚ ਨਹੀਂ ਕਵਰਡ ਸਿਰਫ ਉਹ ਉਹੀ ਕਵਰਡ ਕਰਵਾ ਲੈਣ, ਬਾਕੀ ਜਿਹੜੀਆਂ ਕਵਰਡ ਆ ਉਹਨਾਂ ਨੂੰ ਉਹ ਛੱਡ ਦੇਣ? ਦੇਖੋ ਅਗੇਨ
ਕੰਟੈਂਟਸ ਤਾਂ ਜਿਹੜਾ ਮਰਜ਼ੀ ਕੰਪਨੀ ਹੋਏ, ਕੋਈ ਵੀ ਕੋਂਡੋ ਕਾਰਪ ਹੋਏ, ਕੰਟੈਂਟਸ ਤਾਂ ਕਵਰ ਕਰੂਗੀ। ਕੰਟੈਂਟ ਕਦੇ ਵੀ ਨਹੀਂ ਕਰੂਗੀ, ਕੰਟੈਂਟ ਨਹੀਂ ਕਰੂਗੀ। ਕੰਟੈਂਟਸ ਦੇ ਤਾਂ ਤੁਹਾਨੂੰ ਆਪਣੀ ਇੰਸ਼ੋਰੈਂਸ ਲੈਣੀ ਹੀ ਪੈਣੀ ਹੈ। ਓਕੇ, ਜਿੱਥੇ ਤੱਕ ਤੁਸੀਂ ਦੂਜੀ ਗੱਲ ਕੀਤੀ ਹੈ ਕਿ ਕੋਂਡੋ ਬਾਇਲੋ ਜੇ ਤੁਸੀਂ ਪੜ੍ਹ ਵੀ ਲਏ, ਥੈਂਕਫੁਲੀ ਸਾਡੀ ਕੰਪਨੀ ਜਿਹੜੀ ਹੈ ਆਲ ਸਟੇਟ ਇੰਸ਼ੋਰੈਂਸ, ਉਹ ਕੀ ਕਰਦੀ ਹੈ, ਉਹ ਇੱਕ ਬਲੈਂਕਟ ਕਵਰੇਜ ਆਫਰ ਕਰਦੀ ਹੈ ਬੇਸਿਕਲੀ ਕਿ ਜੋ ਤੁਹਾਡਾ ਕੋਂਡੋ ਕਾਰਪ ਨਹੀਂ ਕਵਰ ਕਰਦਾ, ਅਪ ਟੂ ਅ ਸਰਟਨ ਡਾਲਰ ਵੈਲਿਊ, ਡਿਪੈਂਡਿੰਗ ਤੁਹਾਡਾ ਪ੍ਰੈਫਰੈਂਸ ਕਿੱਥੇ ਹੈ, ਤੁਸੀਂ ਕਿੰਨਾ ਪ੍ਰੀਮੀਅਮ ਭਰਨਾ ਚਾਹੁੰਦੇ ਹੋ। could be as low as $1,000, could be as high as $100,000. ਤੁਹਾਨੂੰ ਡਿਸਾਈਡ ਕਰਨਾ ਹੈ ਕਿ ਤੁਸੀਂ ਕਿੰਨਾ, ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਬਾਈਲੌਸ ਕੀ ਕਵਰ ਕਰਦਾ ਹੈ, ਕੀ ਨਹੀਂ ਕਵਰ ਕਰਦਾ। ਜੇ ਤਾਂ ਬਹੁਤ ਸਾਰੀ ਐਕਸਕਲੂਜਨਸ ਹੈ, ਆਈ ਵੁੱਡ ਸੇ ਕਿ $50,000 ਤੋਂ $1,00,000 ਦੇ ਵਿੱਚ ਲਾਓ। ਡਿਫਰੈਂਸ ਪ੍ਰੀਮੀਅਮ ਦਾ ਬੈਰਲੀ ਮਹੀਨੇ ਦਾ $5-10 $15 ਹੋਊਗਾ, ਲੇਕਿਨ ਪੀਸ ਆਫ ਮਾਈਂਡ ਪੂਰੀ ਹੈ ਕਿ ਕੱਲ੍ਹ ਜਿਹੜੀ ਤੁਸੀਂ ਗੱਲ ਕੀਤੀ ਕਿ ਕੱਲ੍ਹ ਬੰਦੇ ਨੂੰ ਕਈ ਵਾਰੀ ਇੱਦਾਂ ਲੱਗਦਾ ਹੈ ਕਿ ਜੀ ਮਤਲਬ ਸਾਡੇ ਨਾਲ ਰਾਈਟ ਨਹੀਂ ਹੋਇਆ, ਰੋਂਗ ਹੋਇਆ ਸਾਡੇ ਨਾਲ, ਇੰਸ਼ੋਰੈਂਸ ਕੰਪਨੀ ਨੇ ਹੱਥ ਖੜੇ ਕਰਤੇ। ਇੰਸ਼ੋਰੈਂਸ ਕੰਪਨੀ ਹੱਥ ਨਹੀਂ ਖੜੇ ਕਰਦੀ ਹੈ, ਮੋਸਟ ਆਫ ਦ ਟਾਈਮਸ ਅਨਇਨਫੋਰਮਡ ਚੀਜ਼ਾਂ ਹੁੰਦੀਆਂ ਤੁਹਾਡੇ ਪਾਲਿਸੀ 'ਤੇ, ਜੋ ਕਿ ਜਾਂ ਤਾਂ ਤੁਸੀਂ ਅੱਗੇ ਕਨਵੇ ਕੀਤੀਆਂ ਜਾਂ ਤਾਂ ਫਿਰ ਆਲਰੇਡੀ ਤੁਹਾਡੇ ਪਾਲਿਸੀ 'ਤੇ ਆਈ ਗਈਆਂ। ਐਂਡ ਮੈਂ ਕਾਫੀ ਵਾਰੀ ਦੇਖਦਾ ਕਿ ਲੋਕੀ ਕਦੀ ਪਾਲਿਸੀ ਖੋਲ੍ਹ ਕੇ ਇੱਕ ਵਾਰੀ ਪੜ੍ਹਦੇ ਵੀ ਨਹੀਂ, ਕਦੀ ਵੀ ਨਹੀਂ ਪੜ੍ਹਦੇ, ਟਰਸਟ 'ਤੇ ਜਾਂਦੇ। ਬਹੁਤ ਵਧੀਆ, ਮੈਂ ਆ ਨਹੀਂ ਕਹਿ ਰਹੀ ਕਿ ਟਰਸਟ ਨਾ ਕਰੋ, ਬਿਲਕੁਲ ਟਰਸਟ ਕਰੋ, ਬਟ ਐਟ ਦ ਸੇਮ ਟਾਈਮ ਜਦੋਂ ਕਦੇ ਤੁਹਾਡਾ ਫ੍ਰੀ ਟਾਈਮ ਹੋਵੇ, ਰਾਤੀ ਹੋਏ, ਸ਼ਾਮੀ ਹੋਏ, ਵੈਨਐਵਰ, ਇੱਕ ਵਾਰੀ ਆਪਣੇ ਇੰਸ਼ੋਰੈਂਸ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਉਂਕਿ ਆਹ ਚੀਜ਼ ਤੁਹਾਡੇ ਮੇਜਰ ਇਨਵੈਸਟਮੈਂਟ ਨੂੰ ਪ੍ਰੋਟੈਕਟ ਕਰਦੀ ਪਈ ਹੈ। ਨਾਲੇ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਸਾਨੂੰ 4 ਚੀਜ਼ਾਂ ਦਾ ਹੋਰ ਗਿਆਨ ਹੁੰਦਾ, ਜਿਹੜੀਆਂ ਜੇ ਹੁਣ ਮੈਂ ਵੀ ਜੇ ਸਪੋਜ਼ ਕਰ ਲਓ ਤੁਹਾਨੂੰ ਹੁਣ ਖਬਰਾਂ ਮੈਂ ਸੁਣਾਉਣਾ, ਇਹ ਖਬਰਾਂ ਜਦੋਂ ਮੈਂ ਸੁਣਾਉਣਾ ਉਹਦੇ ਵਿੱਚੋਂ ਹੋ ਸਕਦਾ ਮੈਂ ਕੋਈ ਲਾਈਨ, ਕੋਈ ਡਿਟੇਲ ਮੈਂ ਮਿਸ ਕਰ ਜਾਵਾਂ, ਪਰ ਜਦੋਂ ਤੁਸੀਂ ਖੁਦ ਉਸ ਚੀਜ਼ ਨੂੰ ਡਿਟੇਲ ਦੇ ਵਿੱਚ ਪੜ੍ਹੋਗੇ ਤਾਂ ਜਿਹੜੀ ਕੋਈ ਲਾਈਨ ਮੈਂ ਮਿਸ ਕੀਤੀ ਹੋਊਗੀ, ਹੋ ਸਕਦਾ ਤੁਸੀਂ ਉਹ ਵੀ ਕੈਚ ਕਰ ਜਾਵੋ। ਜਿਵੇਂ ਤੁਸੀਂ ਗੱਲ ਕੀਤੀ ਵੀ ਜਿੰਨੀ ਖੰਡ ਪਾਓਗੇ ਉਨਾ ਮਿੱਠਾ ਹੋਣਾ, ਤੁਸੀਂ ਜਿੰਨਾ ਪ੍ਰੀਮੀਅਮ ਭਰਨ ਨੂੰ ਤਿਆਰ ਹੋ ਉਸ ਹਿਸਾਬ ਨਾਲ ਤੁਹਾਨੂੰ ਕਵਰੇਜ ਮਿਲਣੀ ਹੈ। ਗੁਰਲਾਲ ਜੀ ਦਾ ਇੱਕ ਸਵਾਲ ਹੈਗਾ, ਉਹ ਕਹਿੰਦੇ ਵੀ $3.5 ਮਿਲੀਅਨ ਦਾ ਉਹਨਾਂ ਦਾ ਘਰ ਹੈ, ਜਿਹੜੀ ਇੰਸ਼ੋਰੈਂਸ ਉਹਨੂੰ ਕਵਰ ਕਰੇਗੀ? ਬਿਲਕੁਲ ਕਵਰ ਕਰੇਗੀ ਜੀ। ਲੋਕਾਂ ਦੀ ਐਸਟੇਟ ਪ੍ਰੋਪਰਟੀਜ਼ ਹੁੰਦੀ ਹੈ, 100 ਮਿਲੀਅਨ ਦੀ ਹੁੰਦੀ ਹੈ। ਸਾਡੀ ਕੰਪਨੀ ਕਵਰ ਕਰੂਗੀ ਨਹੀਂ, ਕਿਉਂਕਿ ਉਹ ਰਿਸਕ ਜਿਹੜਾ ਹੁੰਦਾ ਉਹ ਵੱਡਾ ਰਿਸਕ ਹੁੰਦਾ। ਆਹ ਸਾਰੇ ਵੱਡੇ ਕਮਰਸ਼ੀਅਲ ਰਿਸਕਸ ਹੁੰਦੇ, ਆਹ ਕੰਪਨੀਜ਼ ਵੱਖਰੀ ਹੁੰਦੀਆਂ, ਉਹ ਕੰਪਨੀਜ਼ ਸੈਪਰੇਟਲੀ ਕਵਰ ਕਰਦੀ ਹੈ। ਸਾਡੀ ਕੰਪਨੀ ਜਿਹੜੀ ਹੈ ਅਪ ਟੂ ਅ ਰੀਬਿਲਡਿੰਗ ਵੈਲਿਊ ਆਫ $2 ਮਿਲੀਅਨ ਤੱਕ ਦੇ ਹੋਮਸ ਨੂੰ, ਰੀਬਿਲਡਿੰਗ ਵੈਲਿਊ, ਮੈਂ ਘਰ ਦੇ ਕੀਮਤ ਦੀ ਗੱਲ ਨਹੀਂ ਕਰ ਰਿਹਾ, $2 ਮਿਲੀਅਨ ਜਿਹੜੇ ਘਰ ਨੂੰ ਲੱਗੂਗੇ ਵਾਪਸ ਬਣਾਉਣ 'ਚ, ਰਾਈਟ ਫਰੋਮ ਫਾਊਂਡੇਸ਼ਨ, ਉਹ ਘਰਾਂ ਤੱਕ ਦੀ ਲਿਮਿਟ ਅਸੀਂ ਕਵਰ ਕਰਦੇ। ਬਾਕੀ ਫਿਰ ਜੇ ਇਸ ਤੋਂ ਜ਼ਿਆਦਾ ਵੱਡਾ ਘਰ ਹੈ ਤੁਹਾਡਾ, ਤਾਂ ਫਿਰ ਯੂ ਕੈਨ ਆਲਵੇਜ਼ ਲੁੱਕ ਇਨ ਦ ਮਾਰਕੀਟ ਕਿ ਕੋਈ ਹੋਰ ਕਿਹੜੀ ਕੰਪਨੀ ਜਿਹੜੀ ਕਵਰ ਕਰ ਸਕਦੀ। ਇੱਕ ਸਵਾਲ ਲੈ ਲਈਏ ਜੀ ਆਪਾਂ, JS ਧਾਲੀਵਾਲ ਹੋਣਾ ਦਾ ਸਵਾਲ ਹੈ, ਉਹ ਕਿਉਂਕਿ ਇਹਦੇ ਨਾਲ ਰਿਲੇਟਡ ਸਵਾਲ ਹੈ, ਮੈਂ ਇਸ ਕਰਕੇ ਉਹਨੂੰ ਵਿੱਚ ਨਾਲ ਸ਼ਾਮਿਲ ਕਰਨਾ ਚਾਹੁੰਦਾ। ਉਹ ਕਹਿੰਦੇ ਕਿ ਮੈਂ 18 ਸਾਲ ਤੋਂ ਇੱਕ ਕੰਪਨੀ ਤੋਂ ਇੰਸ਼ੋਰੈਂਸ ਲੈ ਰਿਹਾ ਜੀ, ਇਹਨਾਂ ਦਾ ਕੋਂਡੋ ਹੈ ਇੱਕ, ਆਯੂਸ਼ ਜੀ, ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਇਹ ਸਟੂਡੈਂਟਸ ਨੂੰ ਜਿਹੜਾ ਹੈਗਾ ਉਹ ਰੈਂਟ 'ਤੇ ਦਿੱਤਾ ਹੋਇਆ ਸੀਗਾ, ਅਤੇ ਜਦੋਂ ਉਹਨਾਂ ਨੇ ਇੰਸ਼ੋਰੈਂਸ ਕਰਾਉਣ ਵਾਸਤੇ ਕੰਪਨੀ ਨੂੰ ਕਿਹਾ ਤਾਂ ਉਹਨਾਂ ਨੇ ਰਿਫਿਊਜ਼ ਕਰ ਦਿੱਤਾ। ਇਹਦਾ ਕੀ ਰੀਜ਼ਨ ਦੇਖਦੇ ਹੋ? ਸਰ, ਰੀਜ਼ਨ ਆ ਹੈ ਕਿ ਹਰ ਕੰਪਨੀ ਹਰ ਟਾਈਪ ਦੇ ਰਿਸਕ ਨੂੰ ਨਹੀਂ ਇੰਸ਼ੋਰ ਕਰ ਸਕਦੀ। ਹਰ ਕੰਪਨੀ ਦਾ ਇੱਕ ਸਕੋਪ ਆਫ ਰਿਸਕ ਹੁੰਦਾ, ਜਿਹਦੇ ਰਿਸਕ ਦੇ ਦਰਮਿਆਨ ਉਹ ਉਸ ਰਿਸਕ ਨੂੰ ਟੇਕ ਕੇਅਰ ਕਰ ਸਕਦੀ ਹੈ। ਸਟੂਡੈਂਟਸ ਦਾ ਜਿਹੜਾ ਖਾਸ ਕਰ ਰਿਸਕ ਹੈ, ਉਹ ਥੋੜ੍ਹਾ ਜਿਹਾ ਇੱਕ ਸੈਪਰੇਟ ਟਾਈਪ ਆਫ ਰਿਸਕ ਮੰਨਿਆ ਜਾਂਦਾ ਹੈ। ਕਾਫੀ ਕੰਪਨੀਜ਼ ਨਹੀਂ ਕਰਦੀ ਹੈ, ਸਾਡੀ ਵੀ ਕੰਪਨੀ ਆ ਰਿਸਕ ਨਹੀਂ ਕਰਦੀ ਹੈ। ਇਨਫੈਕਟ ਆਈ ਐਮ ਗਲੈਡ ਕਿ 18 ਸਾਲ ਬਾਅਦ ਵੀ ਉਹਨਾਂ ਨੇ ਰਿਸਪੈਕਟਫੁਲੀ ਆ ਗੱਲ ਉਹਨਾਂ ਨੂੰ ਦੱਸੀ ਹੈ ਕਿ ਉਹ ਕੋਂਡੋ ਨੂੰ ਨਹੀਂ ਇੰਸ਼ੋਰ ਕਰੋਗੇ, ਨਾ ਕਿ ਉਹਦੇ ਲਾਲਚ 'ਚ ਆ ਕੇ ਉਹਨਾਂ ਨੇ ਫਟਾਫਟ ਜੀ ਕਰਤਾ ਕੋਈ ਨਹੀਂ ਜੀ ਤੁਸੀਂ 18 ਸਾਲ ਤੋਂ ਨਾ ਲਓ। ਤਾਂ ਵਧੀਆ ਗੱਲ ਹੈ। ਇਨਫੈਕਟ ਦੈਟ ਇਜ਼ ਆਲ ਦ ਮੋਰ ਰੀਜ਼ਨਸ ਕਿ ਉਹਨਾਂ ਨੂੰ ਇੱਦਾਂ ਦਾ ਇੰਸ਼ੋਰੈਂਸ ਦੇਖਣੀ ਚਾਹੀਦੀ ਹੈ, ਭਾਵੇਂ 10 ਵੀ ਉੱਪਰ ਲੱਗਣ, ਲੇਕਿਨ ਜੋ ਕੋਈ ਸਟੂਡੈਂਟ ਦੇ ਰਿਸਕ ਨੂੰ ਇੰਸ਼ੋਰ ਕਰਦੀ, ਕਿਉਂਕਿ ਖਾਸ ਕਰ ਆ ਜਿਹੜਾ ਰਿਸਕ ਹੈ, ਸਟੂਡੈਂਟਸ ਜਿਹੜੇ ਰੈਂਟਲ 'ਤੇ ਰਹਿੰਦੇ ਹੈ, ਉਹ ਟਾਈਪ ਦਾ ਰਿਸਕ ਇਜ਼ ਵੈਰੀ ਪਰਟੀਕੂਲਰ, ਐਂਡ ਆਹ ਚੀਜ਼ ਕੰਪਨੀ ਨੂੰ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਕੰਪਨੀਆਂ ਵੀ ਆਪਣੇ ਜਿਹੜਾ ਸਮਾਜ ਦੇ ਵਿੱਚ ਖਬਰਾਂ ਦੇ ਵਿੱਚ ਜੋ ਹੋ ਰਿਹਾ ਉਹਨਾਂ ਨੂੰ ਦੇਖ ਕੇ ਹੀ ਲਰਨ ਕਰਦੀਆਂ, ਜਿਹੜੇ ਪਿਛਲੇ ਸਮੇਂ ਦੇ ਵਿੱਚ ਚਾਹੇ ਬਹੁਤ ਥੋੜ੍ਹੇ ਇੰਸੀਡੈਂਟ ਆ, ਪਰ ਉਹ ਇੰਸੀਡੈਂਟਸ ਜਿਹੜੇ ਹੈਗੇ ਆ ਉਹਨਾਂ ਵਾਸਤੇ ਉਹ ਜਿਹੜੇ ਹੈਗੇ ਮਹੱਤਵਪੂਰਨ ਹੋ ਸਕਦੇ ਨੇ। ਮਿਰਜ਼ਾ ਅਹਿਮਦ ਹੁਣੇ ਪੁੱਛਦੇ ਆ, ਕਹਿੰਦੇ ਵੀ ਮੈਂ ਇੱਕ ਘਰ ਦੇ ਵਿੱਚ ਰਹਿ ਰਿਹਾ ਸੀਗਾ ਮਾਈ ਸੈਲਫ, ਮੈਂ ਉਹਦੀ ਇੰਸ਼ੋਰੈਂਸ ਕਰਾ ਲਈ, ਸਪੋਜ਼ ਕਰ ਲਓ, ਇੱਕ ਸਿਨਾਰੀਓ ਡਿਸਕਸ ਕਰ ਰਹੇ ਆ ਜੀ, ਅਤੇ ਨਾਲ ਉਹ ਪੁੱਛਦੇ ਆ ਵੀ ਉਸ ਤੋਂ ਬਾਅਦ ਮੈਂ ਉਹਨੂੰ ਰੈਂਟ 'ਤੇ ਦੇਤਾ, ਫਿਰ ਉਹ ਕੀ ਚੇਂਜ ਕਿਵੇਂ ਕਰਨਾ ਹੁੰਦਾ ਉਹਨੂੰ?
ਤਾਂ ਤੁਸੀਂ ਆਪਣੀ ਕੰਪਨੀ ਨੂੰ ਦੱਸ ਸਕਦੇ ਹੋ। ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਫ਼ੋਨ ਕਰਕੇ ਕਹੋ ਕਿ ਜਿਹੜੀ ਤੁਸੀਂ ਪਾਲਿਸੀ ਕੀਤੀ ਸੀ ਦੈਟ ਵਾਜ਼ ਅ ਹੋਮ ਓਨਰਸ ਪਾਲਿਸੀ, ਕਿ ਵੇਅਰ ਮੇਰਾ ਉਹ ਆਪਣਾ ਪ੍ਰਾਇਮਰੀ ਘਰ ਹੈ, ਮੈਂ ਉੱਥੇ ਰਹਿੰਦਾ ਸੀ, ਲੇਕਿਨ ਨਾਓ ਆਈ ਐਮ ਨੋ ਲੋਂਗਰ ਸਟੇਇੰਗ ਦੇਅਰ, ਹੁਣ ਮੈਂ ਉੱਥੇ ਰਹਿੰਦਾ ਹੀ ਨਹੀਂ, ਤਾਂ ਹੁਣ ਤੁਹਾਡਾ ਕੀ ਹੱਲ ਹੈ? ਤੁਸੀਂ ਰੈਂਟਲ ਪਾਲਿਸੀ ਕਰਦੇ ਹੋ? ਜੇ ਰੈਂਟਲ ਪਾਲਿਸੀ ਕਰਦੇ ਹੋ ਤਾਂ ਕਰ ਦਿਓ। ਜੇ ਫਰਜ਼ ਕਰੋ ਕੰਪਨੀ ਨਹੀਂ ਕਵਰ ਕਰਦੀ, ਆਈ ਡੋਂਟ ਨੋ ਇੱਦਾਂ ਦੀ ਕਿਹੜੀ ਕੰਪਨੀ ਹੋਗੀ ਜਿਹੜੀ ਨਹੀਂ ਕਰੂਗੀ, ਕਿਉਂਕਿ ਰੈਂਟਲ ਹੋਮ ਅਸੀਂ ਵੀ ਕਵਰ ਕਰਦੇ। ਸਾਡੀ ਕੰਪਨੀ ਦੀ ਮੈਂ ਗੱਲ ਕਰ ਸਕਦਾ ਜੀ ਕਿ ਆਲ ਸਟੇਟ ਕਵਰ ਕਰਦੀ ਹੈ। ਮੈਂ ਜ਼ਰੂਰ ਉਹਨਾਂ ਦੀ ਹੈਲਪ ਕਰ ਸਕਦਾ ਕਿ ਵੈਰਨ ਉਹਨਾਂ ਨੇ ਜੇ ਰੈਂਟ 'ਤੇ ਲੋਕਾਂ ਨੂੰ ਰੱਖਿਆ ਹੈ, ਐਜ਼ ਲੌਂਗ ਐਜ਼ ਫੈਮਿਲੀ ਰੱਖੀ ਹੈ ਜਾਂ ਫੈਮਿਲੀ ਰਿਲੇਟੇਬਲ ਯੂਨਿਟਸ ਰੱਖੇ ਹੋਏ ਹੈ ਤਾਂ ਕੋਈ ਚੱਕਰ ਨਹੀਂ ਹੈ। ਜੇ ਐਬਸੋਲਿਊਟ ਸਟੂਡੈਂਟਸ ਹੈ, ਮੈਂ ਬਾਰ-ਬਾਰ ਸਰਕਲ ਕਰਕੇ ਇੱਕ ਆਖਰੀ ਵਾਰੀ ਸਟੂਡੈਂਟ 'ਤੇ ਕਿਉਂ ਆ ਰਿਹਾ, ਕਿਉਂਕਿ ਯੂਜੂਅਲੀ ਨੋਟਿਸ ਕੀਤਾ ਗਿਆ ਕਿ ਜਿਹੜੇ ਹਾਊਸਿਸ ਵਿੱਚ ਕਲੇਮਸ ਆਉਂਦੇ ਹੈ ਸਟੂਡੈਂਟਸ ਦਾ, ਉਹਦੇ 'ਚ ਰੇਸ਼ੀਓ ਥੋੜ੍ਹਾ ਜਿਹਾ ਹਾਇਰ ਹੈ। ਕਿਉਂ? ਬਿਕੋਜ਼ ਆਫ ਸ਼ੀਅਰ ਨੈਗਲੀਜੈਂਸ। ਕਿਉਂਕਿ ਜਦੋਂ ਕੋਈ ਫੈਮਿਲੀ ਰਹਿੰਦੀ ਹੈ ਉਹ ਤਾਂ ਫਿਰ ਵੀ ਇੰਸਟੈਂਟਲੀ ਇਨਫੋਰਮ ਕਰ ਦਿੰਦੇ ਕਿ ਜੀ ਲੋਸ ਹੋ ਰਿਹਾ ਹੈ। ਸਟੂਡੈਂਟ ਥੋੜ੍ਹਾ ਜਿਹਾ ਓਵਰਲੁੱਕ ਕਰਦਾ ਕਿ ਨਹੀਂ ਜੀ ਮੈਨੂੰ ਕੀ ਹੈ, ਮੈਨੂੰ ਨਹੀਂ ਲੈਣਾ ਦੇਣਾ, ਦੂਜਾ ਕਰੂਗਾ। ਇਸ ਚੱਕਰ 'ਚ ਜਿਹੜੇ 1000-2000 ਦਾ ਵੀ ਨੁਕਸਾਨ ਹੈ ਉਹ 5-10 ਹਜ਼ਾਰ ਤੱਕ ਪਹੁੰਚ ਜਾਂਦਾ, ਕਰਕੇ ਕੰਪਨੀ ਥੋੜ੍ਹਾ ਜਿਹਾ ਮੋਰ ਸਿਕਿਉਰ ਰਹਿੰਦੀ ਹੈ। ਅੱਛਾ, ਇੱਕ ਕੋਈ ਇਸ ਤਰ੍ਹਾਂ ਜਦੋਂ ਆਪਾਂ ਪਾਲਿਸੀ ਲੈਂਦੇ ਹਾਂ ਬਈ ਆਪਣੀ ਪੂਰੀ ਇਨਵੈਸਟਮੈਂਟ ਸਾਡੀ ਸਿਕਿਉਰ ਰਵੇ, ਪੂਰਾ ਸਾਡਾ ਘਰ ਹੀ ਸਿਕਿਉਰ ਰਵੇ, ਉਹਦੀ ਵੈਲਿਊ ਜਿਹੜੀ ਹੈਗੀ ਹੈ ਜਿੰਨੀ ਉਸ ਘਰ ਦੀ ਹੈ ਉਹਨੂੰ ਪੂਰੀ ਨੂੰ ਆਪਾਂ ਕਵਰ ਕਰ ਸਕਦੇ ਹਾਂ, ਕੋਈ ਇਸ ਤਰ੍ਹਾਂ ਦੀ ਜੀ ਬਿਲਕੁਲ ਬਿਲਕੁਲ। ਇਸੇ ਕਾਰਨ ਅੱਜ ਕੱਲ੍ਹ ਕੰਪਨੀਜ਼ ਨੇ ਨਵਾਂ ਕਲੌਜ਼ ਬਣਾਇਆ ਹੋਮ ਰਿਪਲੇਸਮੈਂਟ ਕਾਸਟ ਗਾਰੰਟੀ ਦਾ, ਜਿਹਦੇ 'ਚ ਤੁਹਾਡੀ ਰਿਪਲੇਸਮੈਂਟ ਕਾਸਟ ਗਾਰੰਟੀਡ ਹੁੰਦੀ ਹੈ। ਮਤਲਬ ਤੁਹਾਨੂੰ ਪੂਰਾ ਘਰ, ਜਿਸ ਤਰ੍ਹਾਂ ਤੁਸੀਂ ਆਪਣਾ ਘਰ ਇੰਸ਼ੋਰ ਕਰਵਾ ਰਹੇ ਹੋ ਉੱਦਾਂ ਦਾ ਘਰ ਤੁਹਾਨੂੰ ਵਾਪਸ ਮਿਲੂਗਾ। ਐਂਡ ਇਨਫੈਕਟ ਇਹਨੂੰ ਆਪਾਂ ਇਸ ਤਰ੍ਹਾਂ ਸਮਝ ਲਈਏ ਵੀ ਜਿਵੇਂ ਆਪਾਂ ਸਪੋਜ਼ ਕਰ ਲਓ ਮੋਬਾਈਲ ਲਿਆਂਦਾ ਤੇ ਉਹ ਪੂਰਾ ਮੋਬਾਈਲ ਬਦਲ ਕੇ ਕੰਪਨੀ ਨਵਾਂ ਦੇ ਦਿੰਦੀ ਹੈ ਜੇ ਖਰਾਬੀ ਆਉਂਦੀ ਹੈ। ਬਿਲਕੁਲ, ਘਰ ਦੇ ਬਦਲੇ ਘਰ, ਘਰ ਦੇ ਬਦਲੇ ਘਰ, ਸਿੰਪਲ ਟਰਮਸ ਘਰ ਦੇ ਬਦਲੇ ਘਰ। ਐਂਡ ਖਾਸ ਕਰ ਜਿਹੜੀ ਕੰਪਨੀ ਨਾਲ ਮੈਂ ਹੈ ਆਲ ਸਟੇਟ ਦਾ ਖਾਸ ਇੱਕ ਮਾਹਿਰੀ ਹੈ ਕਿ ਉਹ ਰੈਂਟਲ ਪ੍ਰੋਪਰਟੀਜ਼ 'ਤੇ ਵੀ ਰਿਪਲੇਸਮੈਂਟ ਕਾਸਟ ਗਾਰੰਟੀ ਦਿੰਦੀ ਹੈ, ਜੋ ਕਿ ਕਾਫੀ ਕੰਪਨੀਜ਼ ਅੱਜ ਦੇ ਦਿਨ 'ਚ ਕਵਰ ਨਹੀਂ ਕਰਦੀ ਹੈ। ਤਾਂ ਆਹ ਵੀ ਕਲੌਜ਼ ਦੇਖਣਾ ਬਹੁਤ ਜ਼ਰੂਰੀ ਹੈ, ਨਾ ਕਲੌਜ਼ ਨੂੰ ਕਦੇ ਵੀ ਓਵਰਲੁੱਕ ਨਾ ਕਰਨਾ। ਅੱਛਾ, ਮੈਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈਗੀ ਹੈ ਜੀ ਆਟੋ ਇੰਸ਼ੋਰੈਂਸ ਦੇ ਵਿੱਚ ਵੀ ਤੁਸੀਂ ਮਹਾਰਤ ਰੱਖਦੇ ਹੋ, ਉਹਦੇ ਬਾਰੇ 'ਚ ਵੀ ਗੱਲ ਕਰਨੀ ਚਾਹੁੰਦਾ। ਲੇਕਿਨ ਇੱਕ ਹੋਰ ਸਵਾਲ ਜਿਹੜਾ ਗੁਰਿੰਦਰ ਔਜਲਾ ਹੋਣਾ ਨੇ ਪੁੱਛਿਆ ਹੈਗਾ, ਇਹ ਆਪਾਂ ਆਖਰੀ ਸਵਾਲ ਲਵਾਂਗੇ ਆਪਣੇ ਦੋਸਤਾਂ ਦਾ, ਬਾਕੀ ਫਿਰ ਤੁਹਾਡੇ ਨਾਲ ਉਹ ਡਾਇਰੈਕਟ ਗੱਲ ਕਰ ਲੈਣਗੇ ਜਿਨ੍ਹਾਂ ਦੇ ਸਵਾਲ ਰਹਿ ਗਏ। ਉਹ ਕਹਿੰਦੇ ਵੀ ਕੀ ਅਸੀਂ 2 ਹੋਮ ਇੰਸ਼ੋਰੈਂਸ ਪਾਲਿਸੀਜ਼ ਹੋ ਸਕਦੀਆਂ ਇੱਕੋ ਘਰ ਦੇ ਉੱਤੇ, ਐਂਡ ਇਫ ਸਮਥਿੰਗ ਹੈਪਨਸ ਕੈਨ ਯੂ ਕਲੇਮ ਫਰੋਮ ਬੋਥ ਇੰਸ਼ੋਰੈਂਸ ਕੰਪਨੀਜ਼? 2 ਪਾਲਿਸੀ ਮਤਲਬ ਕਿ 2 ਹੋਮ ਇੰਸ਼ੋਰੈਂਸ ਫॉर द ਮਤਲਬ ਸੇਮ ਹਾਊਸ? ਇੱਕੋ ਘਰ ਹੈ ਵੀ ਇੱਕ ਤੁਹਾਡੇ ਤੋਂ, ਮਤਲਬ ਤੁਸੀਂ ਇੰਸ਼ੋਰੈਂਸ 'ਚ ਕੰਮ ਕਰਦੇ ਹੋ, ਇੱਕ ਪਾਲਿਸੀ ਤੁਹਾਡੇ ਤੋਂ ਕਰਾ ਲਈ, ਇੱਕ ਕੋਈ XYZ ਸੈਕਿੰਡ ਪਰਸਨ ਕੋਈ ਆ ਉਹਦੇ ਤੋਂ ਵੀ ਕਰਾ ਲਈ ਵੀ ਸਾਨੂੰ ਜ਼ਿਆਦਾ ਪੈਸੇ ਮਿਲ ਜਾਣ, ਇਸ ਤਰ੍ਹਾਂ ਦਾ ਕੋਈ? ਨਹੀਂ, ਦੇਖੋ ਜੀ ਕੋ ਇੰਸ਼ੋਰੈਂਸ ਦਾ ਜਿਹੜਾ ਚੱਕਰ ਹੁੰਦਾ ਨਾ ਕਿ ਦੇਖੋ ਤੁਸੀਂ 2 ਕੰਪਨੀ ਨੂੰ ਜਿੱਦਾਂ ਇਨਵੋਲਵ ਕਰੋਗੇ ਤਾਂ ਇੱਦਾਂ ਨਹੀਂ ਹੈ ਕਿ ਤੁਹਾਨੂੰ ਡਬਲ ਕਲੇਮ ਮਿਲ ਜਾਣਾ। ਫਿਰ ਤਾਂ ਲੋਕੀ 10-10 ਇੰਸ਼ੋਰੈਂਸ ਵੀ ਕਰਵਾ ਲੋਗੇ ਕਿ ਜੀ 10-10 ਪਾਸਿਓਂ ਕਲੇਮ ਮਿਲ ਜਾਊਗਾ। ਇੱਦਾਂ ਨਹੀਂ ਹੁੰਦਾ। ਆਈਡੀਅਲੀ ਜੇ ਤੁਸੀਂ ਪਾਲਿਸੀ ਕਰਵਾਓਗੇ, ਇੱਕੋ ਹੀ ਪਾਲਿਸੀ ਮੋਰ ਦੈਨ ਸਫੀਸ਼ੀਐਂਟ ਹੁੰਦੀ ਹੈ। ਬਿਸਾਈਡਸ ਦਾ ਡਿਡਕਟੇਬਲ ਜਿਹੜਾ ਵੀ ਤੁਹਾਡਾ ਬੇਸਿਕ ਹੁੰਦਾ $2500, $2000, $1000 ਜਿਹੜਾ ਤੁਸੀਂ ਭਰਨਾ ਹੁੰਦਾ ਐਟ ਦ ਟਾਈਮ ਆਫ ਅ ਕਲੇਮ, ਉਸ ਤੋਂ ਇਲਾਵਾ ਬਾਕੀ ਪੂਰਾ ਪੈਸਾ ਕੰਪਨੀ ਵਾਪਸ ਕਰਦੀ ਹੈ ਜੇ ਤੁਸੀਂ ਟਰਾਂਸਪੇਰੈਂਸੀ ਮੇਨਟੇਨ ਕੀਤੀ ਕਿ ਤੁਹਾਡੇ ਪ੍ਰੋਪਰਟੀ ਦਾ ਯੂਸੇਜ ਕੀ ਹੈ। ਐਂਡ ਆਈ ਡੋਂਟ ਥਿੰਕ ਸੋ ਕਿ ਇੱਦਾਂ ਦਾ ਕੋਈ ਯੂਸੇਜ ਹੈ ਜੋ ਕਿ ਕੋਈ ਵੀ ਕੰਪਨੀ ਨਹੀਂ ਇੰਸ਼ੋਰ ਕਰਦੀ, ਅਨਲੈਸ ਐਂਡ ਅੰਟਿਲ ਕੋਈ ਇਲੀਗਲ ਐਕਟੀਵਿਟੀ ਹੈ ਤਾਂ ਗੱਲ ਹੋਰ ਹੈ। ਬਾਕੀ ਲੀਗਲ ਐਕਟੀਵਿਟੀਜ਼ 'ਚ ਇੱਦਾਂ ਕੋਈ ਵੀ ਕਲੌਜ਼ ਨਹੀਂ ਜੋ ਕਿ ਕੰਪਨੀਜ਼ ਨਹੀਂ ਕਵਰ ਕਰਦੀਆਂ। ਜਤਿੰਦਰ ਸਿੰਘ ਕੁੰਦਨ ਹੋਣਾ ਨੇ ਇੱਕ ਬੜਾ ਵਧੀਆ ਪੁਆਇੰਟ ਚੱਕਿਆ ਜੀ। ਉਹ ਕਹਿੰਦੇ ਵੀ ਜਿਹੜਾ ਆਪਾਂ ਐਜ਼ ਏ ਪ੍ਰਾਇਮਰੀ ਪ੍ਰੋਪਰਟੀ ਇੰਸ਼ੋਰੈਂਸ ਕਰਵਾ ਦਿੰਦੇ ਆ ਲੋਕ, ਉਹਦੇ 'ਚ ਕਹਿੰਦੇ ਵੱਡਾ ਕਾਰਨ ਇੱਕ ਇਹ ਵੀ ਹੋ ਸਕਦਾ ਹੁੰਦਾ ਵੀ ਰੈਂਟਲ ਪ੍ਰੋਪਰਟੀ ਨੂੰ ਇੰਸ਼ੋਰ ਨਹੀਂ ਕਰਦੀਆਂ ਕਈ ਕੰਪਨੀਜ਼। ਉਦੋਂ ਫਿਰ ਉਹ ਕੀ ਕਰਨ? ਉਹ ਫਿਰ ਕੰਪਨੀ ਬਦਲਣ, ਕਿਸੇ ਹੋਰ ਕੰਪਨੀ ਕੋਲ ਜਾਣ? ਦੇਖੋ ਜੀ, ਜਿੱਦਾਂ ਸਾਡੀ ਕੰਪਨੀ ਦਾ ਵੀ ਕਲੌਜ਼ ਹੈ ਕਿ ਤੁਸੀਂ ਜੇ ਰੈਂਟਲ ਪ੍ਰੋਪਰਟੀ ਇੰਸ਼ੋਰ ਕਰਨੀ ਨਾ, ਤੁਸੀਂ ਆਪਣੀ ਪ੍ਰਾਇਮਰੀ ਪ੍ਰੋਪਰਟੀ ਸਾਡੇ ਨਾਲ ਰੱਖੋ। ਆਹ ਸਾਡੀ ਕੰਪਨੀ ਦਾ ਕਲੌਜ਼ ਹੈ। ਓਕੇ, ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਪ੍ਰਾਇਮਰੀ ਪ੍ਰੋਪਰਟੀ ਤੁਹਾਡਾ ਤੁਸੀਂ ਹੋਮ ਓਨਰ ਹੀ ਹੋ। ਕਈ ਵਾਰੀ ਅਸੀਂ ਦੇਖਿਆ ਹੈ ਕਿ ਬੰਦਾ ਟੈਨੈਂਟ ਹੁੰਦਾ ਹੈ, ਕਸਟਮਰ ਟੈਨੈਂਟ ਹੁੰਦੇ ਹੈ, ਲੇਕਿਨ ਉਹਨਾਂ ਨੇ ਇੱਕ ਪ੍ਰੋਪਰਟੀ ਲਈ ਹੁੰਦੀ ਹੈ। ਵਾਟ ਇਫ ਯੂ ਆਰ ਜਸਟ ਹਸਬੈਂਡ ਵਾਈਫ, ਤੁਹਾਨੂੰ ਪੂਰੇ ਵੱਡੇ ਘਰ ਦੀ ਲੋੜ ਨਹੀਂ ਹੈ, ਤਾਂ ਤੁਸੀਂ ਆਪਣੇ ਆਪ ਟੈਨੈਂਟ ਵਰਕਰ ਰਹਿੰਦੇ ਹੋ ਕਿਤੇ ਹੋਰ, ਐਂਡ ਤੁਸੀਂ ਉਹ ਘਰ ਰੈਂਟਲ ਦਿੱਤਾ ਹੈ। ਯੈਸ, ਉਹ ਕਲੌਜ਼ ਬਿਲਕੁਲ ਵੈਲਿਡ ਹੈ। ਸਾਡੇ ਕੰਪਨੀ ਦਾ ਵੀ ਇਹੀ ਕਲੌਜ਼ ਹੈ ਕਿ ਪ੍ਰਾਇਮਰੀ ਪ੍ਰੋਪਰਟੀ ਜੇ ਸਾਡੇ ਨਾਲ ਕਰੋਗੇ ਤਾਂ ਰੈਂਟਲ ਪ੍ਰੋਪਰਟੀ ਅਸੀਂ ਵੀ ਕਰਾਂਗੇ। ਸਿਰਫ ਸਟੈਂਡ ਅਲੋਨ ਰੈਂਟਲ ਅਗੇਨ ਇੱਕ ਅਲੱਗ ਟਾਈਪ ਦਾ ਰਿਸਕ ਹੁੰਦਾ ਹੈ, ਐਂਡ ਕਾਫੀ ਕੰਪਨੀਜ਼ ਉਹ ਰਿਸਕ ਨੂੰ ਅੰਡਰਟੇਕ ਨਹੀਂ ਕਰਦੀਆਂ। ਠੀਕ ਹੈ, ਅਸੀਂ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਹਲੇ ਹੈ ਜਿਹਦੇ 'ਚ ਆਪਾਂ ਜ਼ਰੂਰ ਇਹ ਗੱਲ ਕਰਨੀ ਚਾਹੂੰਗਾ ਮੈਂ। ਆਟੋ ਇੰਸ਼ੋਰੈਂਸ ਨੂੰ ਲੈ ਕੇ, ਜਿਵੇਂ ਹੁਣ ਤੁਸੀਂ ਹੋਮ ਇੰਸ਼ੋਰੈਂਸ ਦੇ ਦਿੱਤਾ ਕਿ ਲੋਕੀ ਮਿਸ ਰਿਪਰਜ਼ੈਂਟੇਸ਼ਨ ਕਰ ਜਾਂਦੇ ਆ, ਉਹ ਜਿਹਦੇ ਕਰਕੇ ਉਹਨਾਂ ਨੂੰ ਕਲੇਮਸ ਦੇ ਵਿੱਚ ਦਿੱਕਤ ਆਉਂਦੀ ਹੈ। ਆਟੋ ਇੰਸ਼ੋਰੈਂਸ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਅਸੀਂ ਕਰ ਲਏ ਹਾਂ? ਬਿਲਕੁਲ ਬਿਲਕੁਲ। ਜਿਹੜੀ ਆਪਾਂ ਇੱਕ ਵਾਰੀ ਪਿਛਲੀ ਵਾਰੀ ਵੀ ਥੋੜ੍ਹਾ ਜਿਹਾ ਵੀ ਥਰੂ ਲਾਈਟ ਔਨ ਦਿਸ ਕਿ
ਸਟੈਂਡਰਡ ਅੱਜ ਕੱਲ੍ਹ ਦੇਖਿਆ ਜਾਂਦਾ ਹੈ ਕਿ ਇੰਸ਼ੋਰੈਂਸ ਕਾਸਟ ਨੋ ਡਾਊਟ ਬਹੁਤ ਜ਼ਿਆਦਾ ਹਾਈ ਹੋ ਗਈ। ਮੈਂ ਤੁਹਾਡੇ ਸ਼ੋਅ 'ਤੇ ਪਹਿਲਾਂ ਸੁਣ ਰਿਹਾ ਸੀ, ਸਭ ਕੁਝ ਐਵਰੀਥਿੰਗ ਇਜ਼ ਹਾਈ। ਅੱਜ ਕੱਲ੍ਹ ਇਨਫਲੇਸ਼ਨ ਇੰਨੀ ਜ਼ਿਆਦਾ ਹੋਈ ਪਈ ਹੈ, ਗਰੋਸਰੀ ਹਾਈ ਹੈ, ਇੰਸ਼ੋਰੈਂਸ ਆਲ ਟਾਈਮ ਹਾਈ 'ਤੇ ਹੈ। ਜਿਹੜੀ ਇੰਸ਼ੋਰੈਂਸ ਕੰਪਨੀਜ਼ ਨੇ ਇਸ ਸਾਲ ਪ੍ਰਾਈਸ ਹਾਈਕ ਲਈ ਹੈ, ਇੰਨੀ ਹਿਸਟੋਰਿਕ ਪ੍ਰਾਈਸ ਹਾਈਕ ਕਦੀ ਵੀ ਨਹੀਂ ਲਈ ਹੈ ਕੋਈ ਵੀ ਇੰਸ਼ੋਰੈਂਸ ਕੰਪਨੀ ਨੇ। ਤਾਂ ਇਹਦੇ ਕਾਰਨ 2-3 ਚੀਜ਼ਾਂ ਹੋਈਆਂ ਵਿਚ ਹੈਜ਼ ਡਿਸਰਪਟਡ ਦ ਨੋਰਮਲ ਮਾਰਕੀਟ। ਇੱਕ ਤਾਂ ਚਲੋ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਿਆ ਹੀ ਹੈ, ਦੂਜਾ ਕਲੇਮਸ ਦੇ ਉੱਪਰ ਬਹੁਤ ਬਾਰੀਕੀ ਨਾਲ ਧਿਆਨ ਦਿੱਤਾ ਜਾ ਰਿਹਾ। ਤਾਂ ਜਿਹੜੇ ਤੁਸੀਂ ਮਿਸ ਰਿਪਰੈਜ਼ੈਂਟੇਸ਼ਨ ਦੀ ਗੱਲ ਕਰ, ਇੱਕ ਛੋਟਾ ਜਿਹਾ ਐਗਜ਼ਾਮਪਲ ਦੇਵਾਂ, ਜਿਹੜਾ ਅੱਜ ਕੱਲ੍ਹ ਪ੍ਰਾਈਸ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਹੈ ਰਿਨਿਊਅਲ 'ਤੇ, ਤਾਂ ਲੋਕੀ ਕੀ ਕਰਦੇ, ਆਪਣਾ ਪੋਸਟਲ ਕੋਡ ਚੇਂਜ ਕਰ ਦਿੰਦੇ ਆਪਣਾ ਘਰ ਜੀ, ਕਹਿੰਦੇ ਜੀ ਸਾਡੀ ਤਾਂ ਪੁਰਾਣੀ ਗੱਡੀ ਹੈ, ਕੋਈ ਨਹੀਂ ਇੰਨਾ ਵਰਥ ਇਟ ਹੀ ਨਹੀਂ ਹੈ ਪੈਸੇ ਭਰਨਾ, ਪੁਰਾਣੀ ਗੱਡੀ ਜੀ ਅਸੀਂ ਜੀ ਥੋੜ੍ਹੇ ਦੂਰ ਕਿੱਥੇ ਕਰ ਦਈਏ, ਜਾਂ ਮਿਲਟਨ ਵਾਲੇ ਪਾਸੇ ਚੱਲ ਜਾਈਏ, ਜਾਂ ਕੈਲੀਡਨ ਦਾ ਐਡਰੈਸ ਬਹੁਤ ਸਟੈਂਡਰਡ ਹੈ, ਉਹ ਤਾਂ ਕੈਲੀਡਨ ਮੇਪਲ ਦਾ ਐਡਰੈਸ ਉਹ ਦੇ ਦਿੰਦੇ, ਵੁੱਡ ਬ੍ਰਿਜ ਦਾ ਐਡਰੈਸ ਦੇ ਦਿੰਦੇ, ਜਾਰਜ ਟਾਊਨ ਦਾ ਐਡਰੈਸ ਜੀ ਬਿਲਕੁਲ, ਆ ਨੇਬਰਹੁੱਡ ਸਿਟੀ ਜਿੰਨੇ ਵੀ ਹੈ ਉੱਥੋਂ ਦਾ ਐਡਰੈਸ ਦਿੰਦੇ ਹੈ। ਲੇਕਿਨ ਜਦੋਂ ਫਿਰ ਕਲੇਮ ਆਉਂਦਾ ਹੈ, ਮੈਨੂੰ ਪਤਾ ਕਈ ਲੋਕੀ ਹੁੰਦੇ ਹੈ ਜਿਹੜੀ ਕਹਿੰਦੇ ਕਿ ਜੀ ਉਹ ਮਤਲਬ ਥੋੜ੍ਹੇ ਜਿਹੇ 2 ਸਟੈਪ ਅੱਗੇ ਆਪਣੇ ਵੱਲੋਂ ਸੋਚਣ ਦੀ ਕੋਸ਼ਿਸ਼ ਕਰਦੇ ਕਿ ਨਹੀਂ ਜੀ ਅਸੀਂ ਅਕਾਊਂਟ 'ਤੇ ਵੀ ਚੇਂਜ ਕਰ ਦੇਵਾਂਗੇ ਜੀ, ਅਸੀਂ ਸਿਮ ਕਾਰਡ 'ਤੇ ਵੀ ਚੇਂਜ ਕਰ ਦੇਵਾਂਗੇ ਜੀ। ਲੇਕਿਨ ਤੁਸੀਂ ਦੇਖੋ ਇੱਕ ਪੈਟਰਨ ਤੁਹਾਡਾ ਆਲਰੇਡੀ ਹੈਗਾ। ਜੇ ਤੁਸੀਂ 1 ਸਾਲ ਵੀ ਪਹਿਲਾਂ ਇੰਸ਼ੋਰੈਂਸ ਲਈ ਹੈ, ਜਿਹੜੇ ਲੋਕੀ ਐਡਜਸਟਰਸ ਹੁੰਦੇ ਉਹਨਾਂ ਦਾ ਕੰਮ ਹੀ ਆਇਆ ਥੋੜ੍ਹਾ ਜਿਹਾ ਬਰੀਕੀ ਨਾਲ ਦੇਖਣਾ, ਕਿਉਂਕਿ ਕੰਪਨੀ ਆਲਰੇਡੀ 2023 ਈਅਰ ਵਿੱਚ ਰਿਜ਼ਰਵਸ 'ਤੇ ਚੱਲ ਰਹੀ ਹੈ, ਬਿਲਕੁਲ ਰਿਜ਼ਰਵਸ 'ਤੇ। ਸਾਰਿਆਂ ਦੇ ਬੈਂਕ ਅਕਾਊਂਟਸ ਪ੍ਰੀਟੀ ਮੱਚ ਰਨਿੰਗ ਔਨ ਰਿਜ਼ਰਵਸ, ਕਿਉਂਕਿ ਇਸ ਸਾਲ ਬਹੁਤ ਹਿਸਟੋਰਿਕ ਕਲੇਮਸ ਹੋਏ ਹੈ। ਤਾਂ ਉਹ ਪੈਟਰਨ ਦੇਖਦੇ ਕਿ ਪਹਿਲਾ ਬੰਦਾ ਬਰੈਂਪਟਨ 'ਚ ਰਹਿੰਦਾ ਸੀ, ਹੁਣ ਇੰਸਟੈਂਟਲੀ ਲੋ ਪੋਸਟਲ ਕੋਡ 'ਚ ਚਲਾ ਗਿਆ, ਦੈਟ ਇਜ਼ ਅ ਰੈਡ ਫਲੈਗ, ਦੈਟ ਇਜ਼ ਐਨ ਏਰੀਆ ਟੂ ਵਰੀ। ਇੱਦਾਂ ਨਹੀਂ ਕਿ ਪੋਸੀਬਿਲਿਟੀ ਨਹੀਂ ਹੈ, ਦੈਟ ਕਾਜ਼ਸ them ਟੂ ਇਨਵੈਸਟੀਗੇਟ ਫਰਦਰ। ਉਹ ਫਿਰ ਫਰਦਰ ਦੇਖਣਾ ਸ਼ੁਰੂ ਕਰਦੇ ਜੀ, ਅੱਛਾ ਕੋਈ ਹੋਰ ਕਾਰਨ, ਐਕਸੀਡੈਂਟ ਕਿੱਥੇ ਹੋਇਆ ਜੀ, ਐਕਸੀਡੈਂਟ ਵੀ ਬਰੈਂਪਟਨ ਹੋਇਆ, ਅੱਛਾ ਦੈਨ ਦੇ ਵਿਲ ਸੀ ਕਿ ਉਹ ਕਈ ਵਾਰੀ ਮੈਂ ਦੇਖਿਆ ਕਈ ਵਾਰੀ ਅਲੱਗ-ਅਲੱਗ ਤਰੀਕੇ ਦੀ ਚੀਜ਼ਾਂ ਮੰਗਦੇ ਜੀ, ਕਿ ਲੀਜ਼ ਅਗਰੀਮੈਂਟ ਲਿਆਓ, ਲੀਜ਼ ਅਗਰੀਮੈਂਟ ਜੇ ਤੁਸੀਂ ਅੱਜ ਦਾ ਡੇਟ ਦਾ ਲਿਆਓਗੇ, ਪੁਰਾਣਾ ਲਿਆਓ, ਜਸਟ ਟੂ ਵੈਰੀਫਾਈ ਕਿ ਤੁਸੀਂ ਜੈਨੂਅਨਲੀ, ਅਗੇਨ ਕਿਆ ਉਹਨਾਂ ਦੀ ਨੀਅਤ ਹੈ ਕਿ ਉਹਨਾਂ ਨੇ ਪੈਸੇ ਨਹੀਂ ਭਰਨੇ, ਨਹੀਂ, ਨੀਅਤ ਉਹ ਨਹੀਂ ਹੈ। ਇੱਥੇ ਇੱਕ ਫਾਈਨ ਲਾਈਨ ਹੈ, ਲੋਕਾਂ ਨੂੰ ਲੱਗਦਾ ਕਿ ਕੰਪਨੀ ਦੀ ਨੀਅਤ ਨਹੀਂ ਕਰਕੇ ਉਹਨੇ ਸਵਾਲ ਜਵਾਬ ਕਰਦੇ ਪਏ, ਉਹ ਕਲੇਮ ਨਹੀਂ ਦੇਣਾ ਚਾਹੁੰਦੇ ਤਾਂ ਸਾਨੂੰ ਉਹ ਘੇਰ ਰਹੇ ਆ। ਐਗਜ਼ੈਕਟਲੀ, ਲੇਕਿਨ ਆਹ ਕੰਪਨੀ ਦੀ ਬਿਲਕੁਲ ਵੀ ਨੀਅਤ ਨਹੀਂ। ਜੇ ਤੁਸੀਂ ਕਲੀਅਰ ਹੋ ਨਾ ਕਿ ਤੁਸੀਂ ਆਹ ਚੀਜ਼ ਕੀਤੀ ਹੈ ਐਂਡ ਦੈਟ ਇਜ਼ ਜੈਨੂਅਨ, ਤੁਸੀਂ ਸਭ ਕੁਝ ਜੈਨੂਅਨਲੀ ਸਬਮਿਟ ਕਰੋਗੇ ਐਂਡ ਤੁਹਾਡੇ ਨਾਲ 2 ਕਾਲਾਂ 'ਤੇ ਹੀ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਆਹ ਕਲੇਮ ਕਿੰਨਾ ਜੈਨੂਅਨ ਹੈ ਵਰਸਸ ਕਿੰਨਾ ਮੇਡ ਅਪ ਹੈ। ਤਾਂ ਮਤਲਬ ਹਰ ਕਸਟਮਰ ਨੂੰ ਵੀ ਥੋੜ੍ਹਾ ਬਹੁਤ ਇਸ ਚੀਜ਼ ਨੂੰ ਲੈ ਕੇ ਧਿਆਨ ਦੇਣਾ ਚਾਹੀਦਾ ਕਿ ਭਾਵੇਂ ਤੁਹਾਡੇ $50-100 ਥੋੜ੍ਹੀ ਜਿਹੀ ਵੱਧ ਵੀ ਗਈ ਹੈ ਇਸ ਸਾਲ, ਸਾਰਿਆਂ ਦੀ ਵਧੀ ਹੈ, ਸਭ ਕੁਝ ਵਧਿਆ ਜਸਟ ਬਿਕੋਜ਼ ਇੰਸ਼ੋਰੈਂਸ ਹੈ। ਲੋਕਾਂ ਦਾ ਇੱਕ ਪਰਸਪੈਕਟਿਵ ਹੈ ਐਂਡ ਆਈ ਰਿਸਪੈਕਟ ਇਟ। ਮੇਰਾ ਆਪਣਾ, ਮੈਂ ਵੀ ਕੰਜ਼ਿਊਮਰ ਹੈ, ਮੇਰਾ ਵੀ ਪਰਸਪੈਕਟਿਵ ਹੈ ਕਿ ਹਰ ਸਾਲ ਥੋੜ੍ਹੀ ਬਹੁਤ ਐਟਲੀਸਟ ਘਟਣੀ ਚਾਹੀਦੀ। ਇਸ ਸਾਲ ਉਹ ਨਹੀਂ ਦੇਖਿਆ ਜਾ ਰਿਹਾ ਬਿਕੋਜ਼ ਇਸ ਸਾਲ ਬਹੁਤ ਜ਼ਿਆਦਾ ਪ੍ਰਾਈਸ ਹਾਈਕਸ ਹੈ। ਮੈਂ ਇਨਫੈਕਟ ਆਪਣੇ ਜਿਹੜੇ ਕਸਟਮਰਾਂ ਦੇ ਰਿਨਿਊਅਲ ਆ ਰਹੇ, ਮੈਂ ਉਹਨਾਂ ਨੂੰ ਕਹਿੰਦਾ ਕਿ ਜੇ ਤੁਹਾਡਾ ਸੇਮ ਪ੍ਰਾਈਸ 'ਤੇ ਵੀ ਆ ਰਿਹਾ, ਮੈਂ ਪਰਸਨਲੀ ਬਹੁਤ ਹੈਪੀ ਹਾਂ ਬਿਕੋਜ਼ ਦੈਟ ਇਜ਼ ਓਵਰ 30% ਰਿਡਕਸ਼ਨ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਪ੍ਰਾਈਸ ਹੈ 30% ਤੋਂ ਵੀ ਉੱਪਰ ਨਿਕਲ ਗਏ। ਅੱਛਾ, ਆਖਰੀ ਸਵਾਲ ਹੋਊਗਾ ਜੀ ਮੇਰਾ, ਕਿਉਂਕਿ ਸਮਾਂ ਜਿਹੜਾ ਹੈਗਾ ਉਹ ਲਗਭਗ ਆਪਣਾ ਸਮਾਪਤੀ ਵੱਲ ਹੈ। ਬਈ ਪਿਛਲੇ ਕਈ ਵਾਰ ਨਾ ਸਾਨੂੰ ਹੁੰਦਾ ਵੀ ਇਹ ਆਈਂ ਚੱਲਦਾ ਜੀ, ਇਹ ਆਈਂ ਚੱਲਦਾ ਆਉਂਦਾ ਹੈਗਾ ਜੀ, ਲੇਕਿਨ ਹੁੰਦਾ ਨਹੀਂ, ਉਹਦੇ ਵਿੱਚ ਚੇਂਜਿਸ ਜਿਵੇਂ ਹੁਣ ਇੱਥੇ ਮਾਹੌਲ ਦੇ ਵਿੱਚ ਚੇਂਜ ਆ ਰਹੀ ਹੈ, ਇੱਥੇ ਨਾ ਰਸ਼ ਹੈ, ਐਕਸੀਡੈਂਟਸ ਵੱਧ ਰਹੇ ਆ, ਚੋਰੀਆਂ ਵੱਧ ਰਹੀਆਂ ਹੈਗੀਆਂ, ਕੰਪਨੀਆਂ ਵੀ ਆਪਣੇ ਆਪ ਨੂੰ ਚੇਂਜ ਕਰਦੀਆਂ ਜੀ। ਲੋਕਾਂ ਨੂੰ ਕੀ ਦੱਸਣਾ ਚਾਹੋਗੇ ਵੀ ਕੰਪਨੀਆਂ ਨੇ ਕਿਵੇਂ ਚੇਂਜ ਕੀਤਾ ਆਪਣੇ ਆਪ ਨੂੰ? ਦੇਖੋ, ਕੰਪਨੀਜ਼ ਨੇ ਜਿੱਦਾਂ ਮੈਂ ਕਿਹਾ ਕਿ ਬੈਕ ਇਨ ਦ ਡੇਜ਼ ਜਦੋਂ ਸਭ ਕੁਝ ਪਰਫੈਕਟਲੀ ਫੰਕਸ਼ਨ ਕਰ ਰਿਹਾ ਸੀ, ਕੰਪਨੀ ਕੋਲ ਪੈਸਾ ਖੁੱਲ੍ਹਾ ਸੀ ਜੀ, ਤਾਂ ਕੰਪਨੀ ਇੰਨਾ ਜ਼ਿਆਦਾ ਇਨਵੈਸਟੀਗੇਟ ਨਹੀਂ ਕਰਦੀ ਸੀ। ਵਰਕਫੋਰਸ ਬਹੁਤ ਜ਼ਿਆਦਾ ਸੀ। ਵਰਕਫੋਰਸ, ਜੇ ਤੁਸੀਂ ਇੱਕ ਕਲੇਮ ਫਾਈਲ ਕਰਦੇ ਸੀ ਤਾਂ ਟੈਂਟੇਟਿਵਲੀ ਅਬਾਊਟ 15 to 20 ਡੇਜ਼ ਦੇ ਵਰਕ ਅਰਾਊਂਡ ਟਾਈਮ ਵਿੱਚ ਕਲੇਮ ਆਨਰ ਕੀਤਾ ਜਾਂਦਾ ਸੀ। ਹੁਣ ਵਰਕਫੋਰਸ ਘੱਟ ਗਿਆ ਕਿਉਂਕਿ ਲੋਕਾਂ ਦੀ ਐਕਸਪੈਕਟੇਸ਼ਨਸ ਵੱਧ ਗਈ ਹੈ, ਕਾਸਟ ਆਫ ਲਿਵਿੰਗ ਵੱਧ ਗਈ ਹੈ, ਵਰਕਫੋਰਸ ਘੱਟ ਗਿਆ, ਕਲੇਮਸ ਹੱਦ ਤੋਂ ਜ਼ਿਆਦਾ ਮਲਟੀਪਲਾਈ ਹੋ ਗਏ। ਉਹਦੇ ਕਾਰਨ ਹੁੰਦਾ ਕੀ ਹੈ ਕਿ ਕਲੇਮਸ ਕਾਫੀ ਟਾਈਮ ਲੱਗ ਜਾਂਦਾ ਕਲੇਮ ਨੂੰ ਪ੍ਰੋਸੈਸ ਕਰਨ 'ਚ। ਉੱਪਰੋਂ ਅੱਜ ਕੱਲ੍ਹ ਬਰੀਕੀ ਨਾਲ ਦੇਖਿਆ ਜਾ ਰਿਹਾ। ਸੋ ਆਈ ਵੁੱਡ ਸੇ ਕਿ ਟਰਾਈ ਕਿ ਜਿੰਨਾ ਹੋ ਸਕੇ ਉਨਾ ਟਰਾਂਸਪੇਰੈਂਸੀ ਰੱਖੋ। ਤੁਸੀਂ ਇੰਸ਼ੋਰੈਂਸ ਵਿੱਚ $50-100 ਬਚਾ ਤਾਂ ਲਓਗੇ, ਲੇਕਿਨ ਉਹ 50-100 ਬਚਾਉਣ ਪਿੱਛੇ ਤੁਸੀਂ ਆਹ ਦੇਖੋ ਕਿ ਤੁਸੀਂ ਨੁਕਸਾਨ ਕਿੰਨੇ ਦਾ ਕਰ ਰਹੇ ਹੋ। ਮੈਂ ਅਕਸਰ ਦੇਖਦਾ ਕਿ ਲੋਕੀ 70,000, 80,000, 100,000 ਦੀ ਗੱਡੀਆਂ ਲੈਂਦੇ ਆ, ਲੇਕਿਨ ਇੰਸ਼ੋਰੈਂਸ ਕਰਨ ਵੇਲੇ ਉਹਨਾਂ ਨੂੰ ਮਤਲਬ ਦੇ ਟਰਾਈ ਟੂ ਸੇਵ ਈਵਨ $5। ਸੇਵ ਕਰਨਾ ਗਲਤ ਗੱਲ ਨਹੀਂ ਹੈ, ਬਿਲਕੁਲ ਸਹੀ ਗੱਲ ਹੈ, ਬਟ
ਵੈਲਿਡ ਪੁਆਇੰਟਸ ਤੇ ਸੇਵ ਕਰੋ, ਨਾਟ ਜਸਟ ਬਿਕੋਜ਼ ਕਿ ਮਤਲਬ $5 ਬਚਾਉਣ ਤੇ ਤੁਸੀਂ ਬਹੁਤ ਕੁਝ ਅਚੀਵ ਕਰ ਜਾਣਾ। ਉਸ ਬੇਸਿਸ ਤੇ ਨਾ ਤੁਸੀਂ ਸੇਵ ਕਰੋ, ਸਿਰਫ ਦੇਖ ਲਓ ਕਿ ਤੁਸੀਂ ਐਂਪਲੀ ਕਵਰਡ ਹੋ। ਜੀ ਤੁਹਾਡੇ ਕੋਲ ਕਲੋਜ਼ਿੰਗ ਵਰਡਸ ਤੇ ਸਾਡੇ ਦੋਸਤ ਜਿਹੜੇ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ। ਜੀ ਬਿਲਕੁਲ ਜੀ, ਜੇ ਕਿਸੇ ਨੂੰ ਵੀ ਮੇਰੇ ਨਾਲ ਸੰਪਰਕ ਕਰਨਾ ਹੈ, ਕਿਸੇ ਵੀ ਤਰੀਕੇ ਦੇ ਸਵਾਲ ਹੋਣ ਜਾਂ ਤੁਹਾਨੂੰ ਕੋਟ ਚਾਹੀਦਾ, ਐਨੀ ਕੁਐਸਚਨਸ, ਕੋਈ ਕਲੇਮ ਬਾਰੇ ਕੁਛ ਵੀ ਸਵਾਲ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ। ਮੇਰਾ ਨੰਬਰ ਹੈ 647 917 2693 647 917 2693। ਜੀ ਬਹੁਤ ਬਹੁਤ ਸ਼ੁਕਰੀਆ ਆਯੂਸ਼ ਜੀ, ਤੁਸੀਂ ਸਵੇਰੇ ਸਵੇਰੇ ਸਾਡੇ ਲਈ ਟਾਈਮ ਕੱਢਿਆ ਤੇ ਸ਼ੋਅ ਦੇ ਵਿੱਚ ਸ਼ਾਮਲ ਹੋਏ ਤੇ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਥੈਂਕ ਯੂ ਸੋ ਮਚ ਜਤਿੰਦਰ ਜੀ, ਵੰਸ ਅਗੇਨ ਥੈਂਕ ਯੂ ਮੈਨੂੰ ਆ ਪਲੇਟਫਾਰਮ ਦੇਣ ਲਈ ਐਂਡ ਮੈਨੂੰ ਅਰਲੀ ਮਾਰਨਿੰਗ ਸ਼ੋਅ 'ਤੇ ਇਨਵਾਈਟ ਕਰਨ ਲਈ, ਐਂਡ ਸਾਰੇ ਲਿਸਨਰਸ ਨੂੰ ਵੀ ਥੈਂਕ ਯੂ ਕਿ ਮੈਨੂੰ ਆ ਟਾਈਮ ਵੀ ਦੇਣ ਲਈ। ਜੀ।